ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਜੀਕੇ ਅਕੈਡਮੀ ਪੰਜਾਬ ਦੇ ਵਿੱਚ। ਅੱਜ ਆਪਾਂ ਤੁਹਾਡੇ ਲਈ ਸਟੈਟਿਕ ਜੀਕੇ ਦੀ ਕਲਾਸ ਨੰਬਰ 3 ਲੈ ਕੇ ਆਏ ਹਾਂ, ਜਿਹਦੇ ਵਿੱਚ ਕਿ ਆਪਾਂ ਫਸਟ ਇਨ ਵਰਲਡ, ਫਸਟ ਮੇਲ ਇਨ ਵਰਲਡ ਤੇ ਫਸਟ ਫੀਮੇਲ ਇਨ ਵਰਲਡ ਬਾਰੇ ਡਿਟੇਲ ਦੇ ਵਿੱਚ ਕਰਾਂਗੇ। ਸੋ ਇਹ ਵਾਲੇ ਜਿਹੜੇ ਟੌਪਿਕ ਹੁੰਦੇ ਨੇ ਇਹ ਤੁਹਾਨੂੰ ਐਜ਼ ਇਟ ਇਜ਼ ਯਾਦ ਕਰਨੇ ਹੁੰਦੇ ਨੇ। ਇਹਦੇ ਵਿੱਚ ਕੋਈ ਇਸ ਤਰ੍ਹਾਂ ਨਹੀਂ ਹੁੰਦਾ ਕਿ ਕੋਈ ਜ਼ਿਆਦਾ ਐਕਸਪਲੇਨੇਸ਼ਨ ਨਹੀਂ ਕਰਨੀ ਹੁੰਦੀ, ਸਿਰਫ ਕੁਝ ਪੁਆਇੰਟ ਇਦਾਂ ਦੇ ਹੋਣਗੇ ਜਿਹਦੇ ਵਿੱਚ ਕਿ ਮੈਂ ਤੁਹਾਨੂੰ ਐਕਸਪਲੇਨ ਕਰਾਂਗਾ। ਸੋ ਜਿਹਦੇ ਲਈ ਮੈਂ ਤੁਹਾਨੂੰ ਕਿਹਾ ਸੀ ਕਿ ਇੱਕ ਤੁਸੀਂ ਛੋਟੀ ਜਿਹੀ ਕਾਪੀ ਲਗਾਉਣੀ ਆ, ਉਹਦੇ ਉੱਤੇ ਨਾਲ ਦੀ ਨਾਲ ਜੋ ਵੀ ਮੈਂ ਬੋਲਦਾ ਹੁੰਦਾ ਮੈਂ ਕਿਸੇ ਵੀ, ਚਾਹੇ ਕੋਈ MCQ ਆ ਚਾਹੇ ਕਿਸੇ ਕਲਾਸ ਦੇ ਵਿੱਚ ਆ, ਤਾਂ ਤੁਸੀਂ ਆਪਣੇ ਵਨ ਲਾਈਨਰ ਬਣਾ ਕੇ ਲਿਖ ਲਿਆ ਕਰਨਾ। ਬਾਕੀ ਜਿਹੜੀ PDF ਹੁੰਦੀ ਆ ਉਹ ਤਾਂ ਤੁਹਾਨੂੰ ਆਪਣੇ ਟੈਲੀਗ੍ਰਾਮ ਚੈਨਲ ਤੇ ਮਿਲ ਹੀ ਜਾਂਦੀ ਹੁੰਦੀ ਆ। ਠੀਕ ਹੈ ਜੀ। ਸਟੈਟਿਕ ਜੀਕੇ ਦਾ ਇਹ ਕੋਰਸ ਆ PSSB, ਪੰਜਾਬ ਪੁਲਿਸ, PPSC, PSPCL, SSC ਜਾਂ ਰੇਲਵੇ ਵਗੈਰਾ ਜਾਂ RRB ਦਾ ਤੁਸੀਂ ਕੋਈ ਵੀ ਐਗਜ਼ਾਮ ਦੇਣਾ, ਸਟੈਟਿਕ ਜੀਕੇ ਉਹਦੇ ਵਿੱਚ ਹਮੇਸ਼ਾ ਪੁੱਛੀ ਜਾਂਦੀ ਆ ਕਿਸੇ ਵੀ ਪੇਪਰ ਦੇ ਵਿੱਚ। ਸੋ ਇਹ ਇੰਪੋਰਟੈਂਟ ਬਣਦੀ ਆ। ਸੋ ਅੱਜ ਦੀ ਕਲਾਸ ਦੇ ਵਿੱਚ ਕਰਨੇ ਆਪਾਂ ਸਾਰੇ ਨੇ, ਬਟ ਜਿਹੜੇ ਮੈਂ ਕੁਐਸਚਨ ਤੁਹਾਨੂੰ ਕਹਾਂਗਾ ਕਿ ਇਹ ਤੁਸੀਂ ਬਹੁਤ ਚੰਗੀ ਤਰ੍ਹਾਂ ਫੈਕਟ ਯਾਦ ਕਰਨੇ ਨੇ, ਜਿਹਦੇ ਉੱਤੇ ਮੈਂ ਸਟਾਰ ਮਾਰਕ ਕਰੂੰਗਾ, ਉਹ ਤੁਸੀਂ ਚੰਗੀ ਤਰ੍ਹਾਂ ਕਰਨੇ ਆ, ਜਿਹੜੇ ਕਿ ਜ਼ਿਆਦਾਤਰ ਪੇਪਰ 'ਚ ਰਿਪੀਟ ਹੁੰਦੇ ਨੇ, ਕਿਉਂਕਿ ਇਹਦੇ ਵਿੱਚੋਂ ਥੋੜ੍ਹਾ ਜਿਹਾ ਘੱਟ ਆਉਂਦਾ ਵਾ ਜਿਹੜੇ ਕਿ ਫਸਟ ਇਨ ਵਰਲਡ ਦੇ ਵਿੱਚੋਂ। ਪਰ ਕੁਐਸਚਨ ਕੁਛ ਇਹੋ ਜਿਹੇ ਨੇ ਜਿਹੜੇ ਮੋਸਟ ਰਿਪੀਟਡ ਹੁੰਦੇ ਨੇ, ਉਹ ਆਪਾਂ ਯਾਦ ਕਰਨੇ ਹੀ ਕਰਨੇ ਆ। ਬਾਕੀ ਜੇ ਤੁਹਾਡੇ ਕੋਲ ਜਦੋਂ ਬਾਅਦ ਵਿੱਚ ਜਦੋਂ ਤੁਸੀਂ ਸਾਰਾ ਕਰ ਲਿਆ ਉਦੋਂ ਤੁਹਾਡੇ ਕੋਲ ਟਾਈਮ ਬਚੇਗਾ ਤਾਂ ਬਾਕੀ ਦੇ ਵੀ ਤੁਸੀਂ ਯਾਦ ਕਰ ਸਕਦੇ ਹੋ। ਸੋ ਸ਼ੁਰੂ ਕਰਦੇ ਹਾਂ ਜੀ ਅੱਜ ਆਪਣਾ। ਸੋ ਪਹਿਲਾਂ ਆਪਾਂ ਕਰਾਂਗੇ ਜੀ ਫਸਟ ਇਨ ਵਰਲਡ, ਜਿਹੜੇ ਕੁਛ ਆਪਾਂ ਇੰਪੋਰਟੈਂਟ ਕਰ ਲਾਂਗੇ ਕਿ ਜਿਹੜੇ ਆਪਣੇ ਕਿ ਪੇਪਰ ਦੇ ਵਿੱਚ ਜ਼ਿਆਦਾਤਰ ਰਿਪੀਟ ਹੁੰਦੇ ਨੇ। ਦੇਖੋ ਜੀ, ਹੁਣ ਫਸਟ ਇਨ ਵਰਲਡ ਦੇ ਵਿੱਚ ਆਪਣਾ ਹੋਊਗਾ ਜੀ ਇਹਨਾਂ ਦਾ ਪਹਿਲਾ ਕਿਹਾ ਕਿ ਸੰਸਾਰ ਦਾ ਪਹਿਲਾ ਧਰਮ ਕਿਹੜਾ, ਪਹਿਲਾ ਰਿਲੀਜਨ ਕਿਹੜਾ ਵਾ ਵਰਲਡ ਦਾ। ਠੀਕ ਆ। ਸੋ ਇਹ ਹੈਗਾ ਸਨਾਤਨ ਧਰਮ ਆ। ਸੋ ਇਹ ਵਾਲਾ ਜਿਹੜਾ ਕੁਐਸਚਨ ਆ ਇਹ ਪੇਪਰ ਦੇ ਵਿੱਚ ਬਹੁਤ ਵਾਰ ਰਿਪੀਟ ਹੋਇਆ ਵਾ। ਸੋ ਤੁਸੀਂ ਇਹਨੂੰ ਇਗਨੋਰ ਨਹੀਂ ਕਰਨਾ, ਇਹਨੂੰ ਸਟਾਰ ਮਾਰਕ ਹੀ ਸਮਝ ਲਓ ਕਿ ਇਹਨੂੰ ਤੁਸੀਂ ਯਾਦ ਕਰਨਾ ਹੀ ਕਰਨਾ ਵਾ। ਠੀਕ ਆ। ਪੇਪਰ 'ਚ ਆ ਚੁੱਕੇ ਹੋਏ ਕੁਐਸਚਨ ਨੇ ਇਹ। ਇਹਨਾਂ ਦੇ ਵਿੱਚੋਂ ਆਇਆ ਜੀ, ਪਹਿਲੀ ਕੰਟਰੀ ਜਿਹਨੇ ਕਿ ਕੌਨਸਟੀਟਿਊਸ਼ਨ ਬਣਾਇਆ, ਸੰਵਿਧਾਨ ਬਣਾਉਣ ਵਾਲਾ ਪਹਿਲਾ ਦੇਸ਼ ਕਿਹੜਾ ਵਾ ਜੀ। ਸੋ ਇਹਦੇ ਵਿੱਚ ਆ ਜਾਂਦਾ ਜੀ ਯੂਨਾਈਟਿਡ ਸਟੇਟਸ ਆਫ ਅਮਰੀਕਾ। ਸੋ ਇਹ ਵੀ ਤੁਸੀਂ ਯਾਦ ਕਰ ਲੈਣਾ ਵਾ, ਇਹ ਵੀ ਪੇਪਰ ਦੇ ਵਿੱਚ ਰਿਪੀਟਡ ਕੁਐਸਚਨ ਆ। ਠੀਕ ਆ ਜੀ। ਸੋ ਸੰਵਿਧਾਨ ਬਣਾਉਣ ਵਾਲਾ ਪਹਿਲਾ ਦੇਸ਼ ਕਿਹੜਾ ਵਾ, ਯੂਨਾਈਟਿਡ ਸਟੇਟਸ ਆਫ ਅਮਰੀਕਾ। ਠੀਕ ਆ। ਸੋ ਇਹ ਸਾਰੇ ਜਿਹੜੇ ਮੈਂ ਤੁਹਾਨੂੰ ਇੰਪੋਰਟੈਂਟ ਕਹਿ ਕੇ ਕਹਿ ਰਿਹਾ ਮੈਂ, ਇਹਨੂੰ ਤੁਸੀਂ ਚੰਗੀ ਤਰ੍ਹਾਂ ਕਰਨਾ। ਛੋਟੀ ਜਿਹੀ ਕਲਾਸ ਹੋਊਗੀ ਅੱਜ ਦੀ, ਆਪਣੀ ਵੱਡੀ ਕਲਾਸ ਨਹੀਂ ਹੁੰਦੀ ਕਿਉਂਕਿ ਜ਼ਿਆਦਾ ਐਕਸਪਲੇਨੇਸ਼ਨ ਹੈ ਨਹੀਂ ਇਹਦੇ ਵਿੱਚ। ਸੋ ਤੁਸੀਂ ਜਿਵੇਂ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਇੰਪੋਰਟੈਂਟ ਵਾਲੇ ਤੁਸੀਂ ਯਾਦ ਕਰਨੇ ਆ। ਮੈਂ ਇਹਨਾਂ ਦਾ ਟੈਸਟ ਟੈਲੀਗ੍ਰਾਮ ਦੇ ਉੱਤੇ ਕਿਉਜ਼ ਦੇ ਵਿੱਚ ਕੱਲ੍ਹ ਨੂੰ ਆਪਾਂ ਪਾਉਣਾ ਵਾ। ਠੀਕ ਆ। ਸੋ ਤੁਸੀਂ ਸਾਰਿਆਂ ਨੇ ਹੱਲ ਕਰਨਾ ਉਹ। ਫਸਟ ਕੰਟਰੀ ਜਿਹਨੇ ਕਿ ਇਸ਼ੂ ਕੀਤੀ ਆ ਪੇਪਰ ਕਰੰਸੀ, ਜਿਹਨੇ ਇਸ਼ੂ ਕੀਤੀ ਸੀ, ਚਾਈਨਾ। ਪੇਪਰ ਦੇ ਵਿੱਚ ਬਹੁਤ ਵਾਰ ਰਿਪੀਟਡ ਕੁਐਸਚਨ ਆ ਕਿ ਕਾਗਜ਼ੀ ਮੁਦਰਾ ਜਾਰੀ ਕਰਨ ਵਾਲਾ ਪਹਿਲਾ ਦੇਸ਼ ਕਿਹੜਾ ਵਾ, ਚਾਈਨਾ, ਚੀਨ। ਯਾਦ ਕਰ ਲਓ ਜੀ। ਠੀਕ ਆ। ਇੰਪੋਰਟੈਂਟ ਬਣਦਾ ਵਾ ਵੀ। ਫਸਟ ਕੰਟਰੀ ਜਿਹਨੇ ਕਿ ਪਲਾਸਟਿਕ ਕਰੰਸੀ ਇਸ਼ੂ ਕੀਤੀ ਆ, ਆਸਟ੍ਰੇਲੀਆ। ਇਹ ਵੀ ਯਾਦ ਕਰ ਲਓ। ਠੀਕ ਆ। ਇਹ ਵੀ ਇੰਪੋਰਟੈਂਟ ਬਣ ਸਕਦਾ ਵਾ। ਫਸਟ ਕੰਟਰੀ ਜਿਹਨੇ ਕਿ ਫੈਮਿਲੀ ਪਲੈਨਿੰਗ ਇੰਪਲੀਮੈਂਟ ਕੀਤੀ ਆ, ਇੰਡੀਆ। ਠੀਕ ਆ। ਇੰਡੀਆ ਵਾ ਜਿਹਨੇ ਕਿ ਅਫੀਸ਼ੀਅਲੀ, ਆਪਣਾ ਦੇਸ਼ ਭਾਰਤ ਆ ਜਿਹਨੇ ਕਿ ਅਫੀਸ਼ੀਅਲੀ ਫੈਮਿਲੀ ਪਲੈਨਿੰਗ ਅਡੋਪਟ ਕਰਦੀ ਸੀ। ਸੋ ਇਹਨਾਂ ਨੇ ਕਦੋਂ ਇਹ ਕੀਤਾ ਸੀ? ਸੋ ਇਹਨਾਂ ਨੇ ਨਾ 1952 ਦੇ ਵਿੱਚ, ਆਪਣੇ ਭਾਰਤ ਨੇ 1952 ਦੇ ਵਿੱਚ ਇੰਪਲੀਮੈਂਟ ਕੀਤੀ, ਅਫੀਸ਼ੀਅਲੀ ਇਹ ਕੀਤੀ ਸੀ। ਸੋ ਇਹਨਾਂ ਨੇ ਕਿਹੜਾ ਪ੍ਰੋਗਰਾਮ ਲਾਂਚ ਕੀਤਾ ਸੀ? ਸੋ ਇਹਨਾਂ ਨੇ ਕੀਤਾ ਸੀ ਜੀ ਨੈਸ਼ਨਲ ਪ੍ਰੋਗਰਾਮ ਫॉर, ਇੱਕ ਮਿੰਟ ਜੀ ਮੈਂ ਤੁਹਾਨੂੰ ਦੱਸ ਦਿੰਦਾ, ਇੱਕ ਮਿੰਟ, ਨੈਸ਼ਨਲ ਪ੍ਰੋਗਰਾਮ ਫॉर ਫੈਮਿਲੀ ਪਲੈਨਿੰਗ। ਠੀਕ ਆ ਜੀ। ਫੈਮਿਲੀ ਪਲੈਨਿੰਗ। ਠੀਕ ਆ ਜੀ। ਨੈਸ਼ਨਲ ਪ੍ਰੋਗਰਾਮ ਫॉर ਫੈਮਿਲੀ ਪਲੈਨਿੰਗ ਇਹਨਾਂ ਨੇ ਲਾਂਚ ਕੀਤਾ ਸੀ 1952 ਦੇ ਵਿੱਚ ਕੀਤਾ ਸੀ। ਸੋ ਉਸ ਤੋਂ ਬਾਅਦ ਵੀ ਕਾਫੀ ਸਾਰੇ ਫੈਮਿਲੀ ਪਲੈਨਿੰਗ ਪ੍ਰੋਗਰਾਮ ਆਏ ਹੋਏ ਨੇ। ਸੋ ਜਦੋਂ ਆਪਾਂ ਪਲੈਨਿੰਗ ਕਮਿਸ਼ਨ ਜਾਂ 5 ਈਅਰ ਪਲਾਨ ਆਓਗੇ ਉਹਦੇ ਵਿੱਚ ਵੀ ਤੁਸੀਂ ਦੇਖੋਗੇ ਕੁਝ ਤੁਹਾਨੂੰ ਦੇਖਣਗੇ। ਠੀਕ ਆ। ਸੋ ਉਹ ਆਪਾਂ ਇਕਨੋਮਿਕਸ ਦਾ ਜਿਹੜਾ ਪਾਰਟ ਆ ਉਹਦੇ ਵਿੱਚ ਆਪਾਂ ਕਵਰ ਕਰਾਂਗੇ। ਸੋ ਡਿਟੇਲ ਦੇ ਵਿੱਚ ਇੱਕ ਹੋਰ ਕੁਐਸਚਨ ਪੇਪਰ ਦੇ ਵਿੱਚ ਪੁੱਛਦੇ ਹੁੰਦੇ ਨੇ, NPP ਕਦੋਂ ਆਈ ਸੀ। ਠੀਕ ਹੈ। NPP ਭਾਰਤ ਨੇ ਕਦੋਂ ਲਾਂਚ ਕੀਤੀ ਸੀ, ਮਤਲਬ ਕਿ ਨੈਸ਼ਨਲ ਪੋਪੂਲੇਸ਼ਨ ਪਾਲਿਸੀ, ਇਹ 2003 ਦੇ ਵਿੱਚ ਕੀਤੀ। ਸੋ ਬਾਕੀ ਇਕਨੋਮਿਕਸ ਦੇ ਵਿੱਚ ਮੈਂ ਤੁਹਾਨੂੰ ਇਹ ਸਾਰਾ ਕੰਪਲੀਟ ਕਰ ਦਾਂਗਾ। ਠੀਕ ਆ। ਸੋ ਨੈਕਸਟ ਕਰਦੇ ਹਾਂ। ਠੀਕ ਆ। ਸੋ ਪਰਿਵਾਰ ਨਿਯੋਜਨ ਲਾਗੂ ਕਰਨ ਵਾਲਾ ਪਹਿਲਾ ਦੇਸ਼ ਭਾਰਤ। ਨੈਕਸਟ ਕਰਦੇ ਹਾਂ ਜੀ। ਫਸਟ ਕੰਟਰੀ ਜਿਹਨੇ ਕਿ ਸਿਵਲ ਸਰਵਿਸ ਕੰਪੀਟੀਸ਼ਨ ਸਟਾਰਟ ਕੀਤਾ ਸੀ, ਚਾਈਨਾ। ਠੀਕ ਹੈ ਜੀ। ਯਾਦ ਕਰ ਲਓ, ਇਹ ਇੰਪੋਰਟੈਂਟ ਨੇ ਕੁਐਸਚਨ, ਜਿਹੜੇ ਜ਼ਿਆਦਾ ਇੰਪੋਰਟੈਂਟ ਨੇ ਉਹਨਾਂ ਨੂੰ ਮੈਂ ਉੱਪਰ ਰੱਖਿਆ ਵਾ ਜਾਣ ਕੇ। ਸੋ ਤਾਂ ਕਿ ਜਦੋਂ ਤੁਸੀਂ ਪੜ੍ਹਨ ਲੱਗੋ ਤਾਂ ਜਿਹੜੇ ਤੁਸੀਂ ਜਦੋਂ ਰਿਪੀਟ ਵੀ ਕਰਦੇ ਹੁੰਦੇ ਹੋ ਤਾਂ ਪਹਿਲੇ ਜਦੋਂ ਤੁਸੀਂ 10-15 ਪੜ੍ਹੋਗੇ ਉਹ ਪੇਪਰ 'ਚ ਬਹੁਤ ਵਾਰ ਰਿਪੀਟ ਹੋਏ ਹੁੰਦੇ ਨੇ। ਠੀਕ ਆ। ਸੋ ਤੁਸੀਂ ਚੰਗੀ ਤਰ੍ਹਾਂ ਕਰ ਲੈਣਾ। ਫਸਟ ਕੰਟਰੀ ਜਿਹਨੇ ਕਿ ਪ੍ਰਿੰਟ ਕੀਤੀ ਆ ਬੁੱਕ। ਠੀਕ ਆ ਜੀ। ਬੁੱਕ ਮਤਲਬ ਕਿਤਾਬਾਂ ਛਾਪਣ ਵਾਲਾ ਪਹਿਲਾ ਦੇਸ਼ ਕਿਹੜਾ? ਸੋ ਚਾਈਨਾ। ਸੋ ਚਾਈਨਾ ਦੇ ਵਿੱਚ ਦੇਖੋ ਤੁਹਾਡੇ ਕਿੰਨੇ ਸਿਵਲ ਸਰਵਿਸਿਜ਼ ਕੰਪੀਟੀਸ਼ਨ ਕਿਹਨੇ ਸ਼ੁਰੂ ਕੀਤਾ ਸੀ? ਚਾਈਨਾ ਨੇ। ਪ੍ਰਿੰਟ ਜਿਹੜੀ ਬੁੱਕ ਕੀਤੀ ਸੀ ਉਹ ਕਿਹਨੇ ਕੀਤੀ ਸੀ? ਠੀਕ ਆ। ਉਹ ਵੀ ਚਾਈਨਾ ਨੇ ਕੀਤੀ ਸੀ। ਸੋ ਇਹ ਇਦਾਂ ਦੇ ਤੁਹਾਡੇ ਕੁਐਸਚਨ, ਜਿੱਦਾਂ ਕਿ ਪੇਪਰ ਕਰੰਸੀ ਕਿਹਨੇ ਇਸ਼ੂ ਕੀਤੀ ਸੀ? ਚਾਈਨਾ ਨੇ। ਸੋ 3-4 ਤੁਹਾਡੇ ਇਕੱਠੇ ਹੋ ਜਾਂਦੇ ਆ। ਠੀਕ ਆ। ਨੈਕਸਟ ਆ ਗਿਆ ਜੀ, ਪਹਿਲੀ ਕੰਟਰੀ ਜਿਹਨੇ ਕਿ ਹਿਊਮਨਸ ਨੂੰ ਮੂਨ ਦੇ ਉੱਤੇ ਭੇਜਿਆ। ਠੀਕ ਆ। ਮਨੁੱਖ, ਚੰਦਰਮਾ ਤੇ ਮਨੁੱਖ ਭੇਜਣ ਵਾਲਾ ਪਹਿਲਾ ਦੇਸ਼ ਕਿਹੜਾ ਵਾ ਜੀ? ਚੰਦਰਮਾ ਤੇ ਪਹਿਲਾ ਦੇਸ਼ ਮਨੁੱਖ ਭੇਜਣ ਵਾਲਾ ਹੈਗਾ ਯੂਨਾਈਟਿਡ ਸਟੇਟਸ ਆਫ ਅਮਰੀਕਾ। ਇਹਦੇ ਵਿੱਚ ਇੱਕ ਕੁਐਸਚਨ ਹੋਰ ਪੁੱਛਿਆ ਜਾਂਦਾ, ਇਹ ਪੁੱਛਣਗੇ ਕਿ ਕਦੋਂ 1969 ਦੇ ਵਿੱਚ ਭੇਜਿਆ ਸੀ। ਠੀਕ ਆ। 1969 ਦੇ ਵਿੱਚ ਗਿਆ ਸੀ ਆਪਣਾ ਪਹਿਲਾ ਜਿਹੜਾ ਹਿਊਮਨ ਜਿਹੜਾ ਚੰਦਰਮਾ ਦੇ ਉੱਤੇ ਗਿਆ ਸੀ। ਠੀਕ ਆ। ਸੋ ਉਹਦਾ ਨਾਮ ਸੀਗਾ ਆਪਣਾ ਜੀ ਨੀਲ। ਸੋ ਇਹਨਾਂ ਦਾ ਨਾਮ ਸੀਗਾ ਆਪਣਾ ਨੀਲ
ਆਰਮਸਟਰੋਂਗ, ਠੀਕ ਹੈ ਜੀ, ਨੀਲ ਆਰਮਸਟਰੋਂਗ ਇਹਨਾਂ ਦਾ ਨਾਮ ਸੀਗਾ। ਸੋ ਅੱਗੇ ਤੁਹਾਡਾ ਇਹ ਕਵਰ ਹੋ ਜਾਊਗਾ ਜਦੋਂ ਫਸਟ ਮੇਲ ਦੇ ਵਿੱਚ ਆਪਾਂ ਕਰ ਰਹੇ ਹਾਂ ਨਾ, ਸੋ ਫਸਟ ਮੇਲ ਇਨ ਵਰਲਡ ਉਹਦੇ ਵਿੱਚ ਮੇਰਾ ਐਡ ਕੀਤਾ ਹੋਇਆ ਤੁਹਾਡਾ ਕਵਰ ਹੋ ਜਾਏਗਾ, ਠੀਕ ਆ। ਸੋ ਬਸ ਇਹ ਫਿਲਹਾਲ ਤੁਹਾਨੂੰ ਮੈਂ ਦੱਸਦਾ ਕਿ ਇਹ ਵਾਲਾ ਮਿਸ਼ਨ ਸੀ ਇੱਕ, ਇਹਦਾ ਮਿਸ਼ਨ ਦਾ ਨਾਮ ਅਪੋਲੋ 11 ਮਿਸ਼ਨ ਸੀਗਾ ਜਿਹਦੇ ਤਹਿਤ ਇਹ ਗਿਆ ਸੀ, ਠੀਕ ਆ। ਫਸਟ ਕੰਟਰੀ ਜਿਹਨੇ ਕਿ ਲਾਂਚ ਕੀਤਾ ਸੀ ਸੈਟੇਲਾਈਟ ਇਨਟੂ ਸਪੇਸ, ਸਪੇਸ ਦੇ ਵਿੱਚ ਸੈਟੇਲਾਈਟ ਕਿਹਨੇ ਲਾਂਚ ਕੀਤਾ ਸੀ, ਕਿਹੜੀ ਕੰਟਰੀ ਨੇ? ਸੋ ਇਹ ਰਸ਼ੀਆ, ਫਾਰਮਰੀ ਆਪਾਂ ਜਾਨੀ ਪਹਿਲਾਂ ਇਹਨੂੰ USSR ਕਹਿੰਦੇ ਸੀ, ਸੋ ਹੁਣ ਆਪਾਂ ਇਹਨੂੰ ਰਸ਼ੀਆ ਦੇ ਨਾਮ ਨਾਲ ਬੁਲਾਉਂਦੇ ਆ, ਠੀਕ ਆ। ਸੋ 1957 ਦੇ ਵਿੱਚ ਕੀਤਾ ਸੀ ਇਹਨਾਂ ਨੇ, ਠੀਕ ਆ ਜੀ, 1957 ਦੇ ਵਿੱਚ ਕੀਤਾ ਸੀਗਾ। ਸੋ ਸੋਵੀਅਤ ਯੂਨੀਅਨ ਪ੍ਰੋਗਰਾਮ ਸੀਗਾ ਜਿਹੜਾ ਇਹਨਾਂ ਦਾ, ਜਿਹਦੇ ਤਹਿਤ ਇਹਨਾਂ ਨੇ ਕੀਤਾ ਸੀ, ਠੀਕ ਆ। ਸੋ ਇਹਦਾ ਨਾਮ ਕੀ ਸੀ? ਸਪੰਟਿਕ ਨਾਮ ਸੀਗਾ ਇਹਨਾਂ ਦਾ, ਇਦਾਂ ਦਾ ਕਰਕੇ ਕੋਈ ਨਾਮ ਸੀਗਾ। ਸੋ ਇਹ ਵਾਲਾ ਮਿਸ਼ਨ ਸੀਗਾ ਜਿਹੜਾ ਕਿ ਲਾਂਚ ਕੀਤਾ ਸੀ, ਸੈਟੇਲਾਈਟ ਜਿਹੜਾ ਇਹਨਾਂ ਨੇ ਲਾਂਚ ਕੀਤਾ ਸੀ, ਠੀਕ ਆ। ਸੋ ਇਹ ਕਰ ਲੈਣਾ ਤੁਸੀਂ। ਫਸਟ ਕੰਟਰੀ ਜਿਹਨੂੰ ਕਿ ਅਪਾਇੰਟ ਕੀਤਾ, ਜਿਹਨੇ ਕਿ ਲੋਕਪਾਲ ਨੂੰ ਅਪਾਇੰਟ ਕੀਤਾ ਸੀ, ਸਵੀਡਨ ਨੇ। ਸੋ ਫਸਟ ਕੰਟਰੀ ਜਿਹਨੇ ਬੈਨ ਕਰਤੀ ਆ ਕੈਪੀਟਲ ਪਨਿਸ਼ਮੈਂਟ, ਮਤਲਬ ਕਿ ਮੌਤ ਫਾਂਸੀ ਦੀ ਸਜ਼ਾ ਤੇ ਪਾਬੰਦੀ ਲਾਉਣ ਵਾਲਾ ਪਹਿਲਾ ਦੇਸ਼ ਕਿਹੜਾ ਸੀਗਾ? ਵੈਨਜ਼ੂਏਲਾ, ਠੀਕ ਆ, ਨਾਮ ਯਾਦ ਕਰਨਾ ਵਾ ਤੁਸੀਂ। ਫਸਟ ਕੰਟਰੀ ਜਿਹਨੇ ਕਿ ਵੋਟਿੰਗ ਰਾਈਟ ਦਿੱਤੀਆਂ ਸੀਗੀਆਂ ਵੂਮੈਨ ਨੂੰ, ਨਿਊਜ਼ੀਲੈਂਡ ਪਹਿਲੀ ਕੰਟਰੀ ਸੀ ਜਿਹਨੇ ਆਪਣੀਆਂ ਵੋਟਿੰਗ ਰਾਈਟਸ ਦਿੱਤੀਆਂ ਸੀ ਵੂਮੈਨਸ ਨੂੰ ਵੀ। ਫਸਟ ਕੰਟਰੀ ਜਿਹਨੇ ਕਿ ਕਾਰਬਨ ਟੈਕਸ ਲਗਾਇਆ ਸੀਗਾ, ਨਿਊਜ਼ੀਲੈਂਡ। ਸੋ ਇਹ ਜ਼ਿਆਦਾ ਇੰਪੋਰਟੈਂਟ ਨਹੀਂ ਬਣਦੇ, ਬਟ ਆਹ ਵਾਲਾ ਤੁਸੀਂ ਕਰ ਲਿਓ, ਇਹ ਪੇਪਰ ਦੇ ਵਿੱਚ ਆ ਸਕਦਾ ਵਾ, ਠੀਕ ਆ, ਵੋਟਿੰਗ ਰਾਈਟ ਵਾਲਾ। ਨੈਕਸਟ, ਫਸਟ ਕੰਟਰੀ ਟੂ ਸਟੇਟ ਵੈਟ, ਵੈਲਿਊ ਐਡਿਡ ਟੈਕਸ, ਠੀਕ ਆ, ਜਿਹਨੂੰ ਆਪਾਂ ਵੈਟ ਕਹਿੰਦੇ ਆ। ਵੈਟ ਸਭ ਤੋਂ ਪਹਿਲਾਂ ਕਿਹਨੇ ਲਾਇਆ ਸੀ? ਇੱਕ ਬ੍ਰਾਜ਼ੀਲ ਨੇ, ਜਰਮਨੀ ਤੇ ਡੈਨਮਾਰਕ। ਇਹਨਾਂ ਦੇ ਨਾਮ ਯਾਦ ਕਰ ਲਓ, ਇਹ ਪੇਪਰ ਦੇ ਵਿੱਚ ਕੁਐਸਚਨ ਆ ਸਕਦਾ ਵਾ। ਫਸਟ ਕੰਟਰੀ ਜਿਹਨੇ ਕਿ ਕੌਨਸਟੀਟਿਊਸ਼ਨਲ ਸਟੇਟਸ ਦਿੱਤਾ ਸੀ ਐਨੀਮਲਸ ਰਾਈਟਸ ਨੂੰ, ਮਤਲਬ ਕਿ ਜਾਨਵਰਾਂ ਦੇ ਅਧਿਕਾਰਾਂ ਨੂੰ ਸੰਵਿਧਾਨਕ ਦਰਜਾ ਦਿੱਤਾ ਸੀ ਇਹਨਾਂ ਨੇ, ਠੀਕ ਆ, ਵੀ ਜਾਨਵਰਾਂ ਦੇ ਵੀ ਅਧਿਕਾਰ ਹੁੰਦੇ ਨੇ, ਉਹਨੂੰ ਸੰਵਿਧਾਨਕ ਤੌਰ ਦੇ ਉੱਤੇ ਦਰਜਾ ਦਿੱਤਾ ਸੀ, ਠੀਕ ਆ। ਉਹ ਕੌਣ ਸੀ? ਸਵਿਟਜ਼ਰਲੈਂਡ, ਨਾਮ ਯਾਦ ਕਰੋ ਜੀ। ਨੈਕਸਟ ਕਰਦੇ ਹਾਂ ਜੀ ਆਪਣਾ। ਸੋ ਆਹ ਵਾਲਾ ਇੰਪੋਰਟੈਂਟ ਕੁਐਸਚਨ ਬਣਦਾ, ਪੇਪਰ 'ਚ ਬਹੁਤ ਵਾਰ ਰਿਪੀਟ ਹੋ ਚੁੱਕਿਆ ਵਾ। ਫਸਟ ਯੂਨੀਵਰਸਿਟੀ ਆਫ ਦਾ ਵਰਲਡ, ਟੈਕਸਿਲਾ ਯੂਨੀਵਰਸਿਟੀ ਆ, ਠੀਕ ਆ ਜੀ ਇਹ। ਸੋ ਇਹਨੂੰ ਆਪਾਂ ਟੈਕਸਸ਼ਿਲਾ ਯੂਨੀਵਰਸਿਟੀ ਵੀ ਕਹਿ ਦਿੰਦੇ ਆ, ਠੀਕ ਆ, ਟੈਕਸਸ਼ਿਲਾ ਯੂਨੀਵਰਸਿਟੀ ਵੀ ਕਹਿ ਦਿੰਦੇ ਆ। ਸੋ ਇਹ ਵਾਲੀ ਜਿਹੜੀ ਯੂਨੀਵਰਸਿਟੀ ਸੀਗੀ ਇਹ ਆਪਣੀ ਹੋਈ ਸੀ 6th-7th BC ਸੈਂਚੁਰੀ ਦੇ ਵਿੱਚ ਹੋਈ ਸੀ, ਠੀਕ ਆ। ਸੋ ਇਹਦੇ ਵਿੱਚ ਇਹ ਆਪਣੀ ਫਸਟ ਯੂਨੀਵਰਸਿਟੀ ਇਹਨੂੰ ਕਹਿ ਦਿੰਦੇ ਆ, ਠੀਕ ਆ। ਪੇਪਰ ਦੇ ਵਿੱਚ ਇਹ ਕੁਐਸਚਨ ਤੁਹਾਡਾ ਬਣ ਸਕਦਾ, ਇੱਕ ਕੁਐਸਚਨ ਇਹਦੇ 'ਚ ਹੋਰ ਬਣ ਸਕਦਾ। 1980 ਈਸਵੀ 'ਚ, ਨਾਮ ਯਾਦ ਕਰ, ਦੇਖੋ ਜੀ ਡੇਟ ਯਾਦ ਕਰਨਾ। 1980 ਦੇ ਵਿੱਚ ਇਹ ਵਾਲੀ ਯੂਨੀਵਰਸਿਟੀ ਨੂੰ ਆਪਣਾ ਵਰਲਡ ਹੈਰੀਟੇਜ ਸਾਈਟ ਘੋਸ਼ਿਤ ਕਰਤਾ ਸੀ, ਠੀਕ ਆ। ਸੋ ਇਹ ਵੀ ਤੁਸੀਂ ਯਾਦ ਕਰ ਲੈਣਾ ਵਾ। ਸੋ ਜਿਹੜਾ ਹੁਣ ਇਹ ਫਿਲਹਾਲ ਟੈਕਸਲਾ ਯੂਨੀਵਰਸਿਟੀ ਹੈ, ਉਸ ਟਾਈਮ ਦੇ ਉੱਤੇ ਤਾਂ ਚਲੋ ਭਾਰਤ ਦਾ ਹੀ ਆਪਾਂ ਹਿੱਸਾ ਕਹਿ ਸਕਦੇ, ਦੁਨੀਆ ਦਾ ਹੀ ਸੀ ਹਿੱਸਾ। ਸੋ ਇਸ ਟਾਈਮ ਦੇ ਉੱਤੇ ਪਾਕਿਸਤਾਨ ਦੇ ਰਾਵਲਪਿੰਡੀ ਦੇ ਵਿੱਚ ਆ, ਠੀਕ ਆ, ਇਹ ਪਾਕਿਸਤਾਨ ਦੇ ਰਾਵਲਪਿੰਡੀ 'ਚ ਆ। ਬਸ ਇੰਨੇ ਕੁ ਪੁਆਇੰਟ ਤੁਸੀਂ ਨਾਲ ਆਪਣੇ ਯਾਦ ਕਰ ਸਕਦੇ ਹੋ, ਠੀਕ ਆ। ਫਸਟ ਕੰਟਰੀ ਜਿਹਨੇ ਕਿ ਐਜੂਕੇਸ਼ਨ ਕੰਪਲਸਰੀ ਬਣਾਈ ਸੀ, ਠੀਕ ਆ, ਐਜੂਕੇਸ਼ਨ ਕੰਪਲਸਰੀ ਬਣਾਉਣ ਵਾਲੀ ਪਹਿਲੀ ਕੰਟਰੀ ਕਿਹੜੀ ਸੀ? ਜਰਮਨੀ, ਠੀਕ ਆ, ਜਰਮਨੀ, ਤੁਸੀਂ ਯਾਦ ਕਰ ਲੈਣਾ, ਠੀਕ ਆ ਵੀ। ਫਸਟ ਕੰਟਰੀ ਜਿਹਨੇ ਸਾਈਨ ਕੀਤਾ ਸੀ ਨਿਊਕਲੀਅਰ ਐਗਰੀਮੈਂਟ ਭਾਰਤ ਦੇ ਨਾਲ, ਫਰਾਂਸ ਸੀਗਾ ਜਿਹਨੇ ਕਿ ਪਹਿਲੀ ਵਾਰ ਨਿਊਕਲੀਅਰ ਐਗਰੀਮੈਂਟ ਸਾਈਨ ਕੀਤਾ ਸੀ ਇੰਡੀਆ ਨਾਲ। ਨੈਕਸਟ ਕਰਦੇ। ਫਸਟ ਸਪੇਸ ਸ਼ਿਪ ਲੈਂਡਡ ਔਨ ਮਾਰਸ, ਪਹਿਲਾ ਮਤਲਬ ਸਪੇਸ ਕਿਹੜਾ ਹੋਇਆ ਸੀ? ਵਾਈਕਿੰਗ 1, ਠੀਕ ਆ, 20 ਅਗਸਤ 1975 ਨੂੰ ਹੋਇਆ ਸੀ। ਫਸਟ ਸਪੇਸ ਸ਼ਟਲ ਲਾਂਚ ਕੋਲੰਬੀਆ। ਸੋ ਇਹ ਕੋਲੰਬੀਆ ਉਹੀ ਆ ਜਿਹਦੇ ਵਿੱਚ ਇੱਕ ਪੇਪਰ ਦੇ ਵਿੱਚ PSSB ਦੇ ਵਿੱਚ ਕੁਐਸਚਨ ਆਇਆ ਹੋਇਆ ਕਿ ਜਿਹੜੀ ਆਪਣੀ ਕਲਪਨਾ ਚਾਵਲਾ ਜਿਹੜੇ ਕਿ ਪਹਿਲੇ ਆਪਣੀ ਸੀਗੇ ਵੂਮੈਨ, ਠੀਕ ਆ, ਜਿਹੜੇ ਸਪੇਸ ਦੇ ਉੱਤੇ ਗਏ ਸੀਗੇ। ਸੋ ਉਹਨਾਂ ਬਾਰੇ ਉਹਨਾਂ ਨੇ ਪੁੱਛਿਆ ਸੀ ਕਿ ਉਹ ਸਪੇਸ ਸ਼ਟਲ ਕਿਹੜਾ ਸੀ, ਮਤਲਬ ਸਪੇਸ ਸ਼ਟਲ ਉਹ ਕੋਲੰਬੀਆ ਸੀ। ਇਹ ਪੇਪਰ ਦੇ ਵਿੱਚ ਕੁਐਸਚਨ ਬਣਿਆ ਹੋਇਆ ਵਾ, ਠੀਕ ਆ। ਸੋ ਇੰਪੋਰਟੈਂਟ ਬਣਦਾ, ਤੁਸੀਂ ਯਾਦ ਕਰ ਲਿਓ ਇਹਨੂੰ। ਸੋ ਸਪੇਸ ਦੇ ਵਿੱਚ ਰੇਡੀਓ ਟੈਲੀਸਕੋਪ ਸੈਟੇਲਾਈਟ ਕਿਹਨੇ ਜਾਰੀ ਕੀਤਾ ਸੀ? ਜਾਪਾਨ ਨੇ, ਠੀਕ ਆ। ਇਹ ਵੀ ਇੰਪੋਰਟੈਂਟ ਕੁਐਸਚਨ ਬਣਦਾ ਵਾ। ਸੋ ਜ਼ਿਆਦਾਤਰ ਮੈਂ ਇਹਦੇ ਵਿੱਚ ਇੰਪੋਰਟੈਂਟ ਹੀ ਐਡ ਕੀਤੇ ਨੇ, ਕੋਈ ਇੱਦਾਂ ਦੇ ਐਡ ਨਹੀਂ ਕੀਤੇ ਗਏ ਕਿ ਜ਼ਿਆਦਾ ਆਪਾਂ ਲਿਸਟ ਭਰਤੀ ਕਿ 40 50 60 ਤੁਹਾਨੂੰ ਇੱਕ ਦੇ ਵਿੱਚ ਦੇਤੇ ਆ। ਸੋ ਇਹਦੇ ਵਿੱਚ ਉਹੀ ਐਡ ਕੀਤੇ ਨੇ ਜਿਹੜੇ ਪੇਪਰ ਦੇ ਵਿੱਚ ਜ਼ਿਆਦਾਤਰ ਇੰਪੋਰਟੈਂਟ ਬਣਦੇ ਨੇ। ਸੋ ਜਿਹੜੇ ਮੋਸਟ ਇੰਪੋਰਟੈਂਟ ਆ ਉਹ ਮੈਂ ਤੁਹਾਨੂੰ ਨਾਲ ਦੀ ਨਾਲ ਦੱਸੀ ਜਾਂਦਾ ਕਿ ਇਹ ਮੋਸਟ ਇੰਪੋਰਟੈਂਟ ਆ। ਜਿੱਦਾਂ ਕਿ ਆਹ ਮੋਸਟ ਇੰਪੋਰਟੈਂਟ ਕੁਐਸਚਨ ਆ, ਪੇਪਰ 'ਚ ਬਹੁਤ ਵਾਰ ਆਇਆ ਹੋਇਆ ਕਿ ਪਹਿਲੀ ਸਿਟੀ ਜਿਹਦੇ ਉੱਤੇ ਐਟਮ ਬੰਬ, ਠੀਕ ਆ ਜੀ, ਐਟਮ ਬੰਬ ਜਿਹੜਾ ਪਰਮਾਣੂ ਹਮਲਾ ਹੁੰਦਾ ਵਾ, ਠੀਕ ਆ, ਐਟਮ ਬੰਬ ਕਿਹੜੀ ਸਿਟੀ ਦੇ ਉੱਤੇ ਸਿੱਟਿਆ ਸੀ? ਸੋ ਹੀਰੋਸ਼ੀਮਾ ਜਾਪਾਨ ਦੇ ਵਿੱਚ ਸਿੱਟਿਆ ਸੀ। ਕਦੋਂ ਸਿੱਟਿਆ ਸੀ ਜੀ? ਹੁਣ ਇਹ ਵੀ ਤੁਸੀਂ ਯਾਦ ਕਰਨਾ। ਇਹ 'ਚ ਵੀ ਦੋ ਤਿੰਨ ਤਰ੍ਹਾਂ ਦੇ ਕੁਐਸਚਨ ਬਣ ਜਾਂਦੇ ਆ। 1945 'ਚ ਹੋਇਆ ਸੀ 6 ਅਗਸਤ ਨੂੰ। ਸੋ ਉਦੋਂ ਵਰਲਡ ਵਾਰ 2 ਚੱਲ ਰਹੀ ਸੀ, ਠੀਕ ਆ, ਇਹਦੇ ਉੱਤੇ ਸਿੱਟਿਆ ਸੀ। ਸੋ ਉਸ ਤੋਂ ਥੋੜ੍ਹੇ ਦਿਨਾਂ ਬਾਅਦ ਹੀ 9 ਅਗਸਤ ਨੂੰ ਜਾਪਾਨ ਦੇ, ਠੀਕ ਆ ਜੀ, 9 ਅਗਸਤ ਨੂੰ ਸਿੱਟਿਆ ਸੀ ਜੀ ਨਾਗਾਸਾਕੀ 'ਚ, ਠੀਕ ਆ। ਹੀਰੋਸ਼ੀਮਾ ਤੇ ਨਾਗਾਸਾਕੀ ਤੁਹਾਨੂੰ ਸਾਰਿਆਂ ਨੂੰ ਯਾਦ ਹੋਏਗਾ, ਵੈਸੇ ਤਾਂ ਇਹ ਆਪਾਂ ਬਚਪਨ ਤੋਂ ਇਹ ਵਾਲੀ ਚੀਜ਼ ਪੜ੍ਹਦੇ ਹੁੰਦੇ ਹਾਂ, ਠੀਕ ਆ। ਵਰਲਡ ਵਾਰ 2 ਦੇ ਨਾਲ 6 ਅਗਸਤ ਨੂੰ ਹੀਰੋਸ਼ੀਮਾ ਤੇ 9 ਅਗਸਤ ਨੂੰ ਨਾਗਾਸਾਕੀ, ਠੀਕ ਆ। ਫਸਟ ਕੰਟਰੀ ਜਿਹਨੇ ਕਿ ਫੁੱਟਬਾਲ ਵਰਲਡ ਕੱਪ ਜਿੱਤਿਆ ਸੀ, ਠੀਕ ਆ ਜੀ, ਉਰੂਗਵੇ, ਠੀਕ ਹੈ ਜੀ। ਉਰੂਗਵੇ ਜਿਹੜੀ ਆਪਣੀ ਕੰਟਰੀ ਆ 1930 ਦੇ ਵਿੱਚ ਇਹਨੇ ਫੁੱਟਬਾਲ ਵਰਲਡ ਕੱਪ ਜਿੱਤਿਆ ਸੀ। ਫਸਟ ਕੰਟਰੀ ਜਿਹਨੇ ਮਾਡਰਨ ਓਲੰਪਿਕ ਨੂੰ ਹੋਸਟ ਕੀਤਾ ਸੀ, ਮੋਸਟ ਇੰਪੋਰਟੈਂਟ ਕੁਐਸਚਨ, ਗ੍ਰੀਸ,
ਠੀਕ ਹੈ ਜੀ। ਇਹ ਪੇਪਰ ਦੇ ਵਿੱਚ ਇਹ ਕੁਐਸਚਨ ਹੁੰਦਾ, ਗ੍ਰੀਸ ਦੇ ਵਿੱਚ ਐਥੈਂਸ, ਠੀਕ ਹੈ, ਐਥੈਂਸ ਦੇ ਵਿੱਚ ਇਹਨਾਂ ਨੇ ਆਪਣਾ ਗ੍ਰੀਸ ਦੇ ਵਿੱਚ ਹੀ ਆ ਇਹ, ਠੀਕ ਹੈ, ਸ਼ਹਿਰ ਬਣਿਆ ਹੋਇਆ। ਸੋ ਗ੍ਰੀਸ ਦੇ ਵਿੱਚ ਆਪਣਾ ਹੋਇਆ ਸੀ, ਸੋ ਕੰਟਰੀ ਗ੍ਰੀਸ ਬਣ ਗਿਆ। ਐਥੈਂਸ ਦੇ ਵਿੱਚ ਹੋਈ ਸੀ, ਕਦੋਂ ਹੋਈ ਸੀ? 1896 ਈਸਵੀ 'ਚ। ਵੈਸੇ ਆਪਾਂ ਜਦੋਂ ਓਲੰਪਿਕ ਕਰਾਂਗੇ ਤੇ ਇਹ ਸਾਰੇ ਫੈਕਟ ਤੁਹਾਡੇ ਬਹੁਤ ਵਧੀਆ ਤਰੀਕੇ ਨਾਲ ਆਪਾਂ ਕਵਰ ਕਰਾਂਗੇ, ਕਿਉਂਕਿ ਓਲੰਪਿਕ ਦੇ ਵਿੱਚ ਉਹ ਪੇਪਰ 'ਚ ਇੱਕ ਕੁਐਸਚਨ ਬਣਦਾ ਹੀ ਬਣਦਾ, ਚਾਹੇ ਉਹ ਸਟੈਟਿਕ ਜੀਕੇ 'ਚ ਪੁੱਛ ਲੈਣ, ਚਾਹੇ ਉਹ ਕਰੰਟ ਅਫੇਅਰ ਦੇ ਵਿੱਚ ਓਲੰਪਿਕ ਦੇ ਵਿੱਚੋਂ ਪੁੱਛ ਲੈਣ। ਸੋ ਪੇਪਰ ਪੱਕਾ ਓਲੰਪਿਕ 'ਚੋਂ ਇੱਕ ਆਉਂਦਾ ਹੀ ਆਉਂਦਾ ਵਾ ਕੁਐਸਚਨ, ਠੀਕ ਆ। ਸੋ ਇੰਪੋਰਟੈਂਟ ਬਣਦੇ ਨੇ ਇਹ ਵੀ। ਫਸਟ ਲੈਂਬ ਕ੍ਰਿਕਟਡ ਯੂਜ਼ਿੰਗ DNA ਫਰੋਮ ਐਨ ਅਡਲਟ ਸ਼ੀਪ ਡੋਲੀ, ਸੋ ਜ਼ਿਆਦਾ ਇੰਪੋਰਟੈਂਟ ਨਹੀਂ ਬਣਦਾ ਇਹ। ਫਸਟ ਹੀ ਬਾਈਪਾਸ ਆਪਰੇਸ਼ਨ ਜਿਹਨੂੰ ਕੀਤਾ ਸੀ, ਠੀਕ ਹੈ, ਇੱਕ ਰੋਬਰਟ ਦੁਆਰਾ ਦਿਲ ਦਾ ਪਹਿਲਾ ਬਾਈਪਾਸ ਆਪਰੇਸ਼ਨ ਕਿੱਥੇ ਕੀਤਾ ਗਿਆ? ਜਰਮਨੀ 'ਚ ਕੀਤਾ ਗਿਆ ਸੀ, ਠੀਕ ਆ। ਫਸਟ ਕਲੋਨਡ ਹਿਊਮਨ ਬੇਬੀ, ਕਿਹੜਾ ਕਲੋਨ ਕੀਤਾ ਗਿਆ ਜਿਹੜਾ ਹਿਊਮਨ ਮਨੁੱਖੀ ਬੇਬੀ ਕਿਹੜਾ ਸੀ? ਈਵੇ, ਬਸ। ਸੋ ਇੰਨੇ ਕਿ ਨੇ, ਇੰਨੇ ਤੁਸੀਂ 27 ਯਾਦ ਕਰੋ। 27 ਦੇ ਵਿੱਚੋਂ ਵੀ ਮੈਂ ਮੋਸਟ ਇੰਪੋਰਟੈਂਟ ਤੁਹਾਨੂੰ 17-18 ਦੱਸੇ ਨੇ, ਉਹ ਤੁਸੀਂ ਯਾਦ ਕਰ ਲਓ, ਕੋਈ ਜ਼ਿਆਦਾ ਔਖੇ ਨਹੀਂਗੇ, ਬਹੁਤ ਤੁਸੀਂ 2-3 ਰੀਡਿੰਗ ਲਓਗੇ ਤਾਂ ਤੁਹਾਨੂੰ ਯਾਦ ਹੋ ਜਾਣਗੇ ਇਹ, ਠੀਕ ਆ। ਸੋ ਹੁਣ ਆਪਾਂ ਕਰਦੇ ਹਾਂ ਜੀ ਫਸਟ ਮੇਲ ਇਨ ਵਰਲਡ। ਯਾਦ ਰੱਖਣਾ, ਜੇਕਰ ਕਿਤੇ ਵੀ ਮਤਲਬ ਮਿਸਪੈਲ ਤੁਹਾਨੂੰ ਕੋਈ ਕਨਫਿਊਜ਼ਨ ਹੋਏ, ਇਹਦੇ ਵਿੱਚ ਵਰਲਡ ਦੁਨੀਆ ਦੇ ਕਰ ਰਹੇ ਹਾਂ, ਕਿਉਂਕਿ ਇੰਡੀਆ ਦੇ ਆਪਾਂ ਇਸ ਤੋਂ ਪਹਿਲਾਂ ਹੀ ਬਹੁਤ ਚੰਗੀ ਤਰ੍ਹਾਂ ਕਰ ਚੁੱਕੇ ਹਾਂ, ਠੀਕ ਆ। ਇੰਡੀਆ ਦੇ ਮੇਲ ਫੀਮੇਲ ਆਪਾਂ ਕਰ ਚੁੱਕੇ ਹਾਂ। ਇਸ ਤੋਂ ਅਗਲੀ ਕਲਾਸ ਦੇ ਵਿੱਚ ਆਪਾਂ ਸੁਪਰਲੇਟਿਵ ਕਰਾਂਗੇ, ਮਤਲਬ ਸਭ ਤੋਂ ਲੌਂਗੈਸਟ ਡੈਮ ਕਿਹੜਾ ਵਾ, ਸਭ ਤੋਂ ਲਾਰਜੈਸਟ ਝੀਲ ਕਿਹੜੀ ਆ, ਸਾਰਾ ਕੁਝ ਆਪਾਂ ਡਿਟੇਲ ਦੇ ਵਿੱਚ ਦੁਨੀਆ ਦਾ ਵੀ ਕਰਾਂਗੇ ਤੇ ਇੰਡੀਆ ਦਾ ਵੀ ਕਰਾਂਗੇ, ਠੀਕ ਆ। ਸੋ ਜ਼ਿਆਦਾਤਰ ਕੁਐਸਚਨ ਇੰਡੀਆ 'ਚੋਂ ਆਉਂਦੇ ਹੁੰਦੇ ਨੇ ਆਪਣੇ, ਠੀਕ ਆ, ਜਿਹੜੇ ਆਪਣੇ ਪੇਪਰ ਹੁੰਦੇ ਨੇ। ਸੋ ਵਰਲਡ ਦੇ ਵਿੱਚੋਂ ਵੀ ਕੁਝ ਇੱਦਾਂ ਦੇ ਫੈਕਟ ਹੁੰਦੇ ਨੇ, ਕੁਝ ਇੱਦਾਂ ਦੇ ਹੈਗੇ ਨੇ ਇੰਪੋਰਟੈਂਟ, ਉਹ ਵੀ ਪੁੱਛੇ ਜਾਂਦੇ ਨੇ। ਸੋ ਉਹ ਮੈਂ ਤੁਹਾਡੇ ਅਲੱਗ ਤੋਂ ਇੱਕ ਉਸੇ ਕਲਾਸ ਦੇ ਵਿੱਚ, ਜਿਹੜੀ ਕੱਲ ਪਰਸੋਂ ਆਪਣੀ ਕਲਾਸ ਹੋਏਗੀ, ਉਹਦੇ ਵਿੱਚ ਕਵਰ ਕਰ ਲਾਂਗੇ, ਠੀਕ ਆ ਆਪਾਂ। ਫਸਟ ਯੂਰਪੀਅਨ ਇਨਵੈਡਰ, ਜਿਹੜਾ ਕਿ ਭਾਰਤੀ ਧਰਤੀ ਤੇ ਪਹਿਲਾ ਯੂਰਪੀ ਹਮਲਾਵਰ ਕਿਹੜਾ ਸੀ ਜੀ? ਅਲੈਗਜ਼ੈਂਡਰ ਮਹਾਨ, ਅਲੈਗਜ਼ੈਂਡਰ ਦਾ ਗ੍ਰੇਟ। ਇਹਦੇ ਬਾਰੇ ਵੀ ਤੁਸੀਂ ਬਹੁਤ ਟਾਈਮ ਤੋਂ ਪੜ੍ਹਿਆ ਹੋਵੇਗਾ। 326 BC ਦੇ ਵਿੱਚ ਇਹਨੇ ਅਟੈਕ ਕਰਤਾ ਸੀਗਾ, ਠੀਕ ਆ, ਭਾਰਤ ਦੇ ਉੱਤੇ, ਜਿਹਨੂੰ ਆਪਾਂ ਇਹਦੇ ਵਿੱਚ ਬਹੁਤ ਕੁਐਸਚਨ ਬਣਦੇ ਨੇ ਜੀ ਇਹਦੇ ਵਿੱਚ। ਸੋ ਇਹਦੇ ਵਿੱਚ ਬੈਟਲ ਆਫ ਹਾਈਡਾਸਪਸ ਦੀ ਬੈਟਲ ਹੋਈ ਸੀ, ਸੋ ਜਿਹਨੂੰ ਕਿ ਜੇਹਲਮ ਦੀ ਲੜਾਈ ਵੀ ਕਹਿ ਦਿੰਦੇ ਹਾਂ ਆਪਾਂ, ਠੀਕ ਆ, ਜੇਹਲਮ ਦੀ ਲੜਾਈ ਵੀ ਕਹਿ ਦਿੰਦੇ ਹਾਂ। ਸੋ ਇਹ ਲੜਾਈ ਹੋਈ ਸੀ। ਸੋ ਇਹ ਲੜਾਈ ਉਸ ਟਾਈਮ ਦਾ ਦੁਨੀਆ ਜਿੱਤਣ ਦਾ ਸੁਪਨਾ ਸੀ ਇਹਦਾ, ਅਲੈਗਜ਼ੈਂਡਰ ਦਾ। ਕਿਹਦੇ ਨਾਲ ਹੋਈ ਸੀ? ਸੋ 326 BC 'ਚ ਪੋਰਸ ਦੇ ਨਾਲ ਇਹਦੀ ਲੜਾਈ ਹੋਈ ਸੀ। ਸੋ ਪੋਰਸ ਇਹ ਜੰਗ ਹਾਰ ਗਿਆ ਸੀ, ਉਹਨੇ ਸਰੈਂਡਰ ਕਰਤਾ ਸੀ। ਸੋ ਅਲੈਗਜ਼ੈਂਡਰ ਦਾ ਗ੍ਰੇਟ ਨੂੰ ਆਪਾਂ ਸਿਕੰਦਰ ਦੇ ਨਾਮ ਨਾਲ ਵੀ ਜਾਣਦੇ ਹਾਂ, ਠੀਕ ਆ। ਆਪਾਂ ਕਹਿੰਦੇ ਹਾਂ ਕਿ ਸਿਕੰਦਰ ਨੇ ਦੁਨੀਆ ਜਿੱਤੀ ਆ, ਸੋ ਇਹ ਉਹੀ ਸਿਕੰਦਰ ਆ ਜਿਹਨੂੰ ਕਿ ਆਪਾਂ ਅਲੈਗਜ਼ੈਂਡਰ ਦਾ ਗ੍ਰੇਟ ਕਹਿ ਦਿੰਦੇ ਹਾਂ, ਠੀਕ ਆ। ਸੋ ਇਹਨੇ ਪਾਕਿਸਤਾਨ ਦੇ ਵਿੱਚ ਉਸ ਟਾਈਮ ਦੇ ਉੱਤੇ ਹਿੱਸਾ ਸੀ ਜਦੋਂ ਇਹਨੇ ਭਾਰਤੀ ਧਰਤੀ ਦੇ ਉੱਤੇ ਹਮਲਾ ਕੀਤਾ ਸੀ, ਠੀਕ ਆ, 326 BC ਦੇ ਵਿੱਚ। ਸੋ ਇੱਕ ਚੀਜ਼ ਹੋਰ ਇਹਦੇ ਵਿੱਚ, ਜਾਣੀ ਕਿ ਮਤਲਬ ਇਹੀ ਸੀਗਾ ਕਿ ਇਹਨੇ ਅਜੇ ਤੱਕ ਆਪਣੀ ਜਿਹੜੇ ਹਿਸਟੋਰੀਅਨ ਦੱਸਦੇ ਆ ਨਾ, ਕਿ ਇਹਨੇ ਜਿਹੜੇ ਸਿਕੰਦਰ ਸੀਗਾ, ਜਿਹੜਾ ਅਲੈਗਜ਼ੈਂਡਰ ਦਾ ਗ੍ਰੇਟ ਸੀਗਾ, ਇਹਨੇ ਅੱਜ ਤੱਕ ਕੋਈ ਵੀ ਲੜਾਈ ਨਹੀਂ ਹਾਰੀ ਸੀ। ਸੋ ਜਿੰਨੀਆਂ ਵੀ ਲੜਾਈਆਂ ਲੜੀਆਂ ਸੀ ਸਾਰੀਆਂ ਜਿੱਤਿਆ ਸੀ ਇਹ, ਠੀਕ ਆ। ਸੋ ਇਹ ਇੰਪੋਰਟੈਂਟ ਆ। ਬਾਕੀ ਆਪਾਂ ਨਾ ਇੱਕ ਐਂਸ਼ੀਅੰਟ ਦੇ ਉੱਤੇ ਤੇ ਮੈਡੀਵਲ ਹਿਸਟਰੀ ਤੇ, ਐਂਸ਼ੀਅੰਟ ਦੇ ਉੱਤੇ 2 ਕਲਾਸਾਂ ਮੈਂ ਤੁਹਾਡੀਆਂ ਕਰ ਦਾਂਗੇ, ਠੀਕ ਹੈ, ਰਿਕਾਰਡ। ਸੋ 2 ਕਲਾਸਾਂ ਮੈਂ ਤੁਹਾਨੂੰ ਮੈਡੀਵਲ ਹਿਸਟਰੀ ਦੀਆਂ ਦੇ ਦਾਂਗੇ, ਜ਼ਿਆਦਾ ਵੱਡੀਆਂ ਕਲਾਸਾਂ ਨਹੀਂ ਹੋਣਗੀਆਂ, ਕਿਉਂਕਿ ਐਂਸ਼ੀਅੰਟ ਤੇ ਮੈਡੀਵਲ ਹਿਸਟਰੀ 'ਚੋਂ ਬਹੁਤ ਲਿਮਟਿਡ ਕੁਐਸਚਨ ਆਉਂਦੇ ਨੇ ਆਪਣੇ ਪੰਜਾਬ ਐਗਜ਼ਾਮ ਦੇ ਵਿੱਚ। ਮਤਲਬ ਕਿ ਤੁਸੀਂ ਲਗਾ ਲਓ ਕਿ ਮੈਡੀਵਲ 'ਚ 2 ਪੁੱਛ ਲੈਣਗੇ ਕੁਐਸਚਨ, ਅਗਰ ਬਹੁਤ ਜ਼ਿਆਦਾ ਪੇਪਰ ਦੇ ਵਿੱਚ ਕੁਐਸਚਨ, ਜਿੱਦਾਂ ਕਿ BPSC ਦੇ ਤੁਸੀਂ ਲਗਾ ਲਓ ਕਿ ਜਿਵੇਂ ਹੁਣ ਨਾਇਬ ਤਹਿਸੀਲਦਾਰ ਦਾ ਐਗਜ਼ਾਮ ਹੋਇਆ ਸੀ, ਉਹਦੇ ਵਿੱਚ ਆਪਾਂ ਦੇਖਿਆ ਸੀ ਕਿ ਮੈਡੀਵਲ ਦੇ 2 ਕੁਐਸਚਨ ਪਾਤੇ ਸੀ, 2 ਕੁਐਸਚਨ ਉਹਨਾਂ ਨੇ ਐਂਸ਼ੀਅੰਟ ਦੇ ਵੀ ਪਾਤੇ ਸੀ, ਠੀਕ ਆ। ਸੋ ਉਹਨੇ ਕੀ ਕੁਐਸਚਨ ਆਉਂਦੇ ਨੇ। ਵੈਸੇ ਜਿਹੜੇ ਆਪਣੇ PSSB ਦੇ ਐਗਜ਼ਾਮ ਆ, ਇਹਦੇ ਵਿੱਚ ਤਾਂ ਤੁਸੀਂ ਲਗਾ ਲਓ ਕਿ ਇੱਕ ਐਂਸ਼ੀਅੰਟ 'ਚੋਂ ਆ ਜਾਊਗਾ, ਇੱਕ ਮੈਡੀਵਲ 'ਚ ਆ ਜਾਊਗਾ। ਬਾਕੀ ਸਾਰਾ ਤੁਹਾਡਾ ਸਟੈਟਿਕ GK, ਕਰੰਟ ਅਫੇਅਰ, ਆਪਣੇ ਮਾਡਰਨ ਹਿਸਟਰੀ, ਪੰਜਾਬ GK, ਇੰਡੀਅਨ ਪੋਲਿਟੀ, ਸਾਰਾ ਤੁਹਾਡਾ ਉਹਦੇ ਵਿੱਚੋਂ ਹੀ ਕਵਰ ਹੋ ਜਾਏਗਾ, ਠੀਕ ਆ। ਸੋ ਫਿਰ ਵੀ ਆਪਾਂ 2-2 ਕਲਾਸਾਂ ਕਰਨੀਆਂ ਨੇ, ਉਹ ਮੇਰੀਆਂ ਨੋਟ ਕੀਤੀਆਂ ਹੋਈਆਂ ਨੇ ਕਿ ਕਿਹੜੀਆਂ ਕਲਾਸਾਂ ਤੁਹਾਨੂੰ ਕਰਾਉਣੀਆਂ ਨੇ। ਸੋ ਸਾਰੀਆਂ ਆਪਾਂ ਕੰਪਲੀਟ ਕਰ ਲਾਂਗੇ। ਪਹਿਲਾ ਮੈਨ ਜਿਹੜਾ ਕਿ ਗੋ ਇਨਟੂ ਸਪੇਸ ਦੇ ਵਿੱਚ, ਇਹ ਪੇਪਰ ਦੇ ਵਿੱਚ ਬਹੁਤ ਵਾਰ ਰਿਪੀਟ ਹੋਇਆ ਹੋਇਆ ਕੁਐਸਚਨ ਆ, ਠੀਕ ਆ। ਇਹ ਵੀ ਪਹਿਲਾ ਮੈਨ ਜਿਹੜਾ ਕਿ ਸਪੇਸ ਆ, ਮੇਜਰ ਯੂਰੀ ਗਗਰੀਅਨ, ਠੀਕ ਆ, USSR ਦਾ ਸੀਗਾ, ਜਿਹਨੂੰ ਹੁਣ ਆਪਾਂ ਰਸ਼ੀਆ ਕਹਿੰਦੇ ਆ। ਬਹੁਤ ਵਾਰ ਰਿਪੀਟ ਹੋਇਆ ਹੋਇਆ ਕੁਐਸਚਨ ਆ ਇਹ। ਪਹਿਲਾ ਮੈਨ ਜਿਹਨੇ ਕਿ ਸਪੇਸ ਦੇ ਉੱਤੇ ਵਾਕ ਕੀਤਾ, ਅਲੈਕਸੀ ਲਿਓਨ, ਰਸ਼ੀਆ ਦਾ ਸੀਗਾ, ਠੀਕ ਆ। ਪਹਿਲਾ ਮੈਨ ਜਿਹਨੇ ਆਪਦਾ ਫੁੱਟ ਰੱਖਿਆ ਸੀ ਮੂਨ ਤੇ, ਇਹ ਮੈਂ ਤੁਹਾਨੂੰ ਪਹਿਲਾਂ ਵੀ ਕਰਵਾ ਚੁੱਕਿਆ ਮੈਂ, ਠੀਕ ਆ। ਮੂਨ ਵਾਲਾ ਜਿਹੜਾ ਆਪਾਂ ਕੀਤਾ ਸੀਗਾ, ਅਪੋਲੋ 11 ਮਿਸ਼ਨ ਦੇ ਤਹਿਤ ਗਿਆ ਸੀ, 1969 ਦੇ ਵਿੱਚ ਗਿਆ ਸੀ, ਠੀਕ ਆ। ਸੋ ਆਪਾਂ ਇਹ ਕਰ ਚੁੱਕੇ ਹਾਂ ਆਲਰੇਡੀ ਕਿ USA ਨੇ ਦਾ ਸੀਗਾ ਇਹ, ਨੀਲ ਐਮਸਟਰੋਂਗ ਇਹਦਾ ਨਾਮ ਸੀਗਾ, ਠੀਕ ਆ। ਸੋ ਇਹ ਯਾਦ ਕਰਨਾ, ਪੇਪਰ 'ਚ ਕੁਐਸਚਨ ਆਉਂਦਾ ਵਾ ਇਹ। ਫਸਟ ਸੈਕਟਰੀ ਜਨਰਲ ਆਫ ਯੂਨਾਈਟਿਡ ਨੇਸ਼ਨ ਦਾ ਫਸਟ ਸੈਕਟਰੀ ਜਨਰਲ ਕੌਣ ਸੀ ਜੀ? ਇਹਦਾ ਸੀਗਾ ਟ੍ਰਿਗਵੇ लाई, ਠੀਕ ਆ, ਨਾਰਵੇ ਦਾ ਸੀਗਾ। ਇਹ ਵੀ ਤੁਸੀਂ ਕਰ ਲੈਣਾ, ਸੋ ਜਦੋਂ ਆਪਾਂ UN ਕਰਾਂਗੇ ਉਹਦੇ ਵਿੱਚ ਹੋ ਜਾਊਗਾ। ਫਸਟ ਪ੍ਰੈਜ਼ੀਡੈਂਟ ਆਫ ਯੂਨਾਈਟਿਡ ਸਟੇਟਸ ਆਫ ਅਮਰੀਕਾ, ਠੀਕ ਆ, USA ਦੀ ਗੱਲ ਹੋ ਰਹੀ ਆ, ਜਾਰਜ ਵਾਸ਼ਿੰਗਟਨ। ਪੇਪਰ ਦੇ ਵਿੱਚ ਬਹੁਤ ਵਾਰ ਇਹ ਕੁਐਸਚਨ ਰਿਪੀਟ ਹੋ ਚੁੱਕਿਆ ਤੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਕਰਨਾ ਵਾ, ਠੀਕ ਆ। ਨੈਕਸਟ ਕਰਦੇ ਹਾਂ ਜੀ ਆਪਾਂ। ਫਸਟ ਮੈਨ ਟੂ ਕਲਾਈਮ ਮਾਊਂਟ ਐਵਰੈਸਟ ਸਭ ਤੋਂ ਪਹਿਲੀ ਵਾਰ ਕਿਹੜਾ ਮੈਨ ਸੀਗਾ ਜਿਹੜਾ ਚੜ੍ਹਿਆ ਸੀ ਦੁਨੀਆ ਦਾ, ਠੀਕ ਆ। ਸੋ ਇਹ ਆ ਗਿਆ ਸ਼ੇਰਪਾ ਟੈਂਜ਼ਿੰਗ ਨੋਰਗੇ ਹੋ ਗਿਆ, ਤੇ ਇਹਦੇ ਨਾਲ ਇੱਕ ਹੋਰ ਨਾਮ ਆਉਂਦਾ ਕਿ ਸਰ ਐਡਮੰਡ ਹਿਲੈਰੀ,
ठीक है 1953 ਦੇ ਵਿੱਚ। ਇਹ ਵੀ ਤੁਸੀਂ ਕਰ ਲੈਣਾ, ਇੰਪੋਰਟੈਂਟ ਬਣਦਾ ਵਾ ਹੈ। ਹੁਣ ਜੀ ਪਹਿਲੇ ਏਸ਼ੀਅਨ ਜਿਹੜੇ ਕਿ ਆਪਣੇ ਫਸਟ ਏਸ਼ੀਅਨ ਜਿਹੜੇ ਕਿ ਆਪਣੇ 1 ਮਿੰਟ ਦੇਣਾ ਜੀ ਬਸ 1 ਮਿੰਟ ਜੀ। ਲਓ ਜੀ ਪਹਿਲੇ ਏਸ਼ੀਅਨ ਜਿਹੜੇ ਕਿ ਹੈੱਡ ਨੇ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਦੇ ਜਗਮੋਹਨ ਡਾਲਮੀਆ। ਠੀਕ ਆ ਸੋ ਜਗਮੋਹਨ ਡਾਲਮੀਆ ਸੀ ਜਿਹੜੇ ICC ਦੇ ਹੈੱਡ ਬਣੇ ਸੀ। ਠੀਕ ਆ ਪਹਿਲੇ ਏਸ਼ੀਅਨ ਸੀਗੇ ਉਹ। ਸੋ ਨੈਕਸਟ ਫਸਟ ਮੈਨ ਟੂ ਹਿੱਟ ਡਬਲ ਸੈਂਚੁਰੀ ਇਨ ਵਨ ਡੇ ਇੰਟਰਨੈਸ਼ਨਲ ਕ੍ਰਿਕਟ ਮੈਚ ਸਚਿਨ ਤੰਦੂਲਕਰ। ਸੋ ਇੱਕ ਕੁਐਸਚਨ ਤੁਸੀਂ ਇਹਦੇ ਵਿੱਚ ਮੈਨੂੰ ਦੱਸਣਾ 30 ਸੈਂਕੜਾ ਲਾਉਣ ਵਾਲਾ ਪਹਿਲਾ ਭਾਰਤੀ ਕੌਣ ਸੀ? ਭਾਰਤੀ ਦੀ ਗੱਲ ਕਰ ਰਿਹਾ ਮੈਂ, ਕਰਵਾਇਆ ਹੋਇਆ ਤੁਹਾਨੂੰ। ਠੀਕ ਆ ਦੁਨੀਆ ਦਾ ਨਹੀਂ ਮੈਂ ਕਿਹਾ, ਭਾਰਤੀ, ਪਹਿਲਾ ਭਾਰਤੀ, ਇਹ ਦੁਨੀਆ ਦਾ ਵਾ। ਠੀਕ ਆ ਸਚਿਨ ਤੰਦੂਲਕਰ, ਇੱਕ ਇਹ ਚੀਜ਼ ਯਾਦ ਰੱਖਣੀ ਹੈ, ਚ ਕਨਫਿਊਜ਼ ਨਹੀਂ ਹੋਣਾ। ਸਚਿਨ ਤੰਦੂਲਕਰ ਇੱਕ ਇਹੋ ਜਿਹਾ ਪਹਿਲਾ ਖਿਡਾਰੀ ਸੀ ਜਿਹਨੇ ਕਿ ਵਨ ਡੇ ਇੰਟਰਨੈਸ਼ਨਲ ਕ੍ਰਿਕਟ ਦੇ ਵਿੱਚ, ਠੀਕ ਆ ਮਤਲਬ ਕਿ 50 ਓਵਰ ਦੇ ਵਿੱਚ ਜਿਹੜਾ ਹੁਣੇ ਖੇਡਿਆ ਜਾਂਦਾ ਵਨ ਡੇ ਇੰਟਰਨੈਸ਼ਨਲ ਇੱਕ ਦਿਨਾਂ ਮੈਚ ਦੇ ਵਿੱਚ ਪਹਿਲਾ ਇਹ ਖਿਡਾਰੀ ਸੀ ਦੁਨੀਆ ਦਾ ਜਿਹਨੇ ਕਿ ਡਬਲ ਸੈਂਚੁਰੀ ਮਾਰੀ ਸੀ ਬਸ। ਸੋ ਸ਼ਾਇਦ ਸਾਊਥ ਅਫਰੀਕਾ ਦੇ ਅਗੇਂਸਟ ਮਾਰੀ ਸੀ, ਮੈਂ ਤੁਹਾਨੂੰ ਕਰਵਾਇਆ ਹੋਇਆ ਬਹੁਤ ਚੰਗੀ ਤਰ੍ਹਾਂ। ਫਸਟ ਪ੍ਰੈਜ਼ੀਡੈਂਟ ਆਫ ਦਾ ਰਿਪਬਲਿਕ ਆਫ ਚਾਈਨਾ। ਠੀਕ ਆ ਰਿਪਬਲਿਕ ਆਫ ਚਾਈਨਾ ਦਾ ਪਹਿਲਾ ਪ੍ਰੈਜ਼ੀਡੈਂਟ ਕੌਣ ਸੀ? ਡਾਕਟਰ ਸਨ ਯੈਟ ਸੈਨ। ਨੈਕਸਟ ਆ ਗਿਆ ਫਸਟ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਆਫ ਦਾ ਗ੍ਰੇਟ ਬ੍ਰਿਟੇਨ ਰੋਬਰਟ ਬਲੋਪਾਏ। ਠੀਕ ਆ 1715। ਸੋ ਇਹ ਜ਼ਿਆਦਾ ਇੰਪੋਰਟੈਂਟ ਨਹੀਂ ਬਣਦੇ, ਇੰਨੇ ਡੀਪ ਕੁਐਸਚਨ ਨਹੀਂ ਆਉਣਗੇ ਤੁਹਾਨੂੰ। ਸੋ ਪਾਕਿਸਤਾਨ ਦਾ ਪਹਿਲਾ ਗਵਰਨਰ ਜਨਰਲ, ਇਹ ਇੰਪੋਰਟੈਂਟ ਬਣਦਾ, ਪੇਪਰ 'ਚ ਕੁਐਸਚਨ ਆਇਆ ਵੀ ਹੋਇਆ ਤੇ ਆ ਵੀ ਸਕਦਾ। ਮੁਹੰਮਦ ਅਲੀ ਜਿਨਾ। ਫਸਟ ਮੈਨ ਟੂ ਕਲਾਈਮ ਮਾਊਂਟ ਐਵਰੈਸਟ, 2 ਵਾਰੀ ਮਾਊਂਟ ਐਵਰੈਸਟ ਕੌਣ ਚੜ੍ਹ ਚੁੱਕਿਆ ਵਾ? ਠੀਕ ਆ ਨਵਾਬ ਗੋਂਬੂ। ਠੀਕ ਆ 1965 ਦੇ ਵਿੱਚ। ਫਸਟ ਐਥੈਨਿਕ ਇੰਡੀਅਨ ਪ੍ਰਾਈਮ ਮਿਨਿਸਟਰ ਆਫ ਫਿਜੀ। ਠੀਕ ਆ ਜੀ ਮਹਿੰਦਰਾ ਚੌਧਰੀ, ਇਹ ਵੀ ਨਾਮ ਯਾਦ ਕਰਨਾ ਵਾ ਤੁਸੀਂ। ਠੀਕ ਆ ਫਸਟ ਅਮੈਰੀਕਨ ਪ੍ਰੈਜ਼ੀਡੈਂਟ ਜਿਹੜਾ ਕਿ ਇੰਡੀਆ ਦੇ ਵਿੱਚ ਆਇਆ ਸੀ। ਠੀਕ ਆ ਸੋ ਪਹਿਲਾ ਅਮੈਰੀਕਨ ਪ੍ਰੈਜ਼ੀਡੈਂਟ ਜਿਹੜਾ ਇੰਡੀਆ ਦੇ ਵਿੱਚ, ਠੀਕ ਆ ਜੀ ਇੰਡੀਆ ਦੇ ਵਿੱਚ ਉਹਨੇ ਪੁੱਛਿਆ ਡਵਾਈਟ ਡੇਵਿਡ ਆਈਜ਼ਨਹਾਰ। ਠੀਕ ਆ ਜੀ ਸੋ ਫਸਟ ਰਸ਼ੀਅਨ ਜਿਹੜਾ ਕਿ ਪ੍ਰਾਈਮ ਮਿਨਿਸਟਰ ਜਿਹੜਾ ਇੰਡੀਆ ਦੇ ਵਿੱਚ ਹੈ ਨਿਕੋਲਾਈ ਬਲਗਾਨੀ। ਸੋ ਇਹ ਜ਼ਿਆਦਾ ਇੰਪੋਰਟੈਂਟ ਨਹੀਂ ਬਣਦਾ, ਆਹ ਤੁਸੀਂ ਕਰ ਲਿਓ। ਠੀਕ ਆ ਫਸਟ ਅਮੈਰੀਕਨ ਜ਼ਰੂਰ ਕਰ ਲਿਓ। ਸੋ ਫਸਟ ਸਪੇਸ ਟੂਰਿਸਟ, ਪਹਿਲਾ ਮਤਲਬ ਪੁਲਾੜ ਯਾਤਰੀ ਕਿਹੜਾ ਸੀ? ਡੈਨਿਸ ਟੀਟੋ। ਠੀਕ ਆ ਜੀ USA। ਠੀਕ ਆ ਜੀ ਫਸਟ ਮੈਨ ਟੂ ਫਲਾਈ ਐਨ ਐਰੋਪਲੇਨ ਕਿਹਨੇ ਚਲਾਇਆ ਸੀ? ਰਾਈਟ ਬ੍ਰਦਰਸ ਸੌਰੀ। ਠੀਕ ਆ ਜੀ ਸੋ ਇਹ ਇੰਪੋਰਟੈਂਟ 3 ਸਟਾਰ ਲਗਾ ਲਓ, ਪੇਪਰ 'ਚ ਬਹੁਤ ਵਾਰ ਰਿਪੀਟ ਹੋਇਆ ਕਿ ਪਹਿਲਾ ਮੈਨ, ਦੁਨੀਆ ਦਾ ਪਹਿਲਾ ਮੈਨ ਜਿਨ੍ਹਾਂ ਨੇ ਕਿ ਐਰੋਪਲੇਨ ਉਡਾਇਆ ਸੀ ਰਾਈਟ ਬ੍ਰਦਰਸ ਸੀਗੇ। ਠੀਕ ਆ ਜਿਨ੍ਹਾਂ ਨੇ ਉਡਾਏ ਸੀ। ਫਸਟ ਮੈਨ ਟੂ ਰੀਚ ਨਾਰਥ ਪੋਲ ਦੇ ਉੱਤੇ ਜਿਹੜਾ ਸਭ ਤੋਂ ਪਹਿਲਾ ਮੈਨ ਕੌਣ ਸੀਗਾ? ਰਾਬਰਟ ਪਿਆਰੀ। ਨੈਕਸਟ ਕਰਦੇ ਹਾਂ ਫਸਟ ਮੈਨ ਟੂ ਰੀਚ ਸਾਊਥ ਪੋਲ ਰੋਆਲਡ ਅਮੁਲਡਨ। ਠੀਕ ਹੈ ਜੀ ਫਸਟ ਬਲਾਈਂਡ ਮੈਨ ਟੂ ਸਕੇਲ ਮਾਊਂਟ ਐਵਰੈਸਟ। ਠੀਕ ਹੈ ਜੀ ਇਹ ਹੈਗਾ ਇਰਿਕ ਵੇਹਨਮੇਅਰ। ਠੀਕ ਹੈ ਜੀ 2001 'ਚ। ਫਸਟ ਮੈਨ ਟੂ ਸੇਲ ਅਰਾਊਂਡ ਦੀ ਵਰਲਡ। ਠੀਕ ਹੈ ਦੁਨੀਆ ਭਰ 'ਚ ਸਮੁੰਦਰੀ ਸਫ਼ਰ ਕਰਨ ਵਾਲਾ ਪਹਿਲਾ ਜਿਹੜਾ ਵਿਅਕਤੀ ਕੌਣ ਸੀ? ਫਰਨੈਂਡਿਸ ਮੈਗਨੈਲ। ਠੀਕ ਹੈ ਜੀ ਫਸਟ ਡੀਪ ਐਂਡ ਡੰਬ ਮਤਲਬ ਜਲ ਮਡਰੂ ਨੂੰ ਪਾਰ ਕਰਨ ਵਾਲਾ ਪਹਿਲਾ ਬੋਲਾ ਅਤੇ ਗੂੰਗਾ ਕੌਣ ਸੀ? ਜ਼ਿਬਰਾਲਾਟਰ ਤਾਰਾਨਾਥ ਸ਼ਨੋਏ ਭਾਰਤ। ਠੀਕ ਹੈ ਜੀ ਸੋ ਇਹ ਵਾਲੇ ਜ਼ਿਆਦਾ ਇੰਪੋਰਟੈਂਟ ਨਹੀਂ ਬਣਦੇ, ਸੋ ਜ਼ਿਆਦਾਤਰ ਮੈਂ ਉਹਦੇ ਉੱਤੇ ਸਟ੍ਰੈਸ ਤਾਂ ਹੀ ਤੁਹਾਨੂੰ ਜ਼ਿਆਦਾ ਨਹੀਂ ਦੇ ਰਿਹਾ, ਫਿਰ ਵੀ ਤੁਹਾਨੂੰ ਆਪਾਂ ਐਡ ਕਰਕੇ ਦਿੱਤੇ ਹੋਏ ਆ ਕਿਉਂਕਿ ਪੇਪਰ ਦੇ ਵਿੱਚ ਜ਼ਰੂਰੀ ਨਹੀਂ ਗਾ ਜੇ ਪਹਿਲਾਂ ਕੁਐਸਚਨ ਨਹੀਂ ਬਣਿਆ ਤਾਂ ਹੁਣ ਨਹੀਂ ਬਣੇਗਾ। ਠੀਕ ਆ ਬਟ ਪਹਿਲਾਂ ਜਿਹੜੇ ਜ਼ਿਆਦਾ ਇੰਪੋਰਟੈਂਟ ਬਣਦੇ ਨੇ ਪਹਿਲਾਂ ਉਹ ਕਰਨੇ ਨੇ, ਫਿਰ ਤੁਹਾਡੇ ਕੋਲ ਟਾਈਮ ਬਚੇ ਔਖੇ ਕੁਐਸਚਨ ਜਾਂ ਔਖੇ ਫੈਕਟ ਤੁਸੀਂ ਫਿਰ ਯਾਦ ਕਰਨੇ ਆ। ਪਹਿਲਾ ਯੂਰਪੀਅਨ ਜਿਹਨੇ ਚਾਈਨਾ ਗਿਆ ਸੀ ਮਾਰਕ ਪੋਲੋ। ਫਸਟ ਮੈਨ ਜਿਹਨੇ ਕਿ ਮੈਪ ਬਣਾਇਆ ਸੀ ਅਰਥ ਦਾ, ਇੰਪੋਰਟੈਂਟ ਬਣਦਾ ਜੀ। ਠੀਕ ਆ ਇਹ ਮੋਸਟ ਇੰਪੋਰਟੈਂਟ ਬਣਦਾ ਸੀਗਾ, ਇਹ ਤੁਸੀਂ ਜ਼ਰੂਰ ਕਰਨਾ। ਅਨੈਕਸੀਮੈਂਡਰ ਇਹਨਾਂ ਦਾ ਨਾਮ ਸੀਗਾ, ਸੋ ਇਹ ਵੀ ਕਰ ਲੈਣਾ ਤੁਸੀਂ। ਨੈਕਸਟ ਫਸਟ ਮੈਨ ਟੂ ਕੰਪਾਈਲ ਐਨਸਾਈਕਲੋਪੀਡੀਆ। ਠੀਕ ਆ ਸੋ ਇਹ ਆਪਣਾ ਇਹਨਾਂ ਦਾ ਨਾਮ ਸੀ ਐਸਫੀਓਸਿਸ। ਠੀਕ ਆ ਜੀ ਐਥੈਂਸ ਤੋਂ ਸੀਗਾ ਇਹ। ਠੀਕ ਆ ਸੋ ਜਿਹਨੇ ਇਹ ਕੀਤਾ ਸੀ। ਨੈਕਸਟ ਕਰਦੇ ਹਾਂ ਜੀ ਫਸਟ ਮੈਨ ਟੂ ਵਿਨ ਨੋਬਲ ਪ੍ਰਾਈਜ਼ ਫਿਜ਼ਿਕਸ ਦੇ ਵਿੱਚ ਨੋਬਲ ਪ੍ਰਾਈਜ਼ ਜਿੱਤਣ ਵਾਲਾ ਨਾਮ ਕੀ ਆ ਜੀ? WK ਰੌਡਜ਼ਨ। ਠੀਕ ਆ ਆਪਣਾ ਜਰਮਨੀ ਦਾ ਸੀਗਾ। ਫਸਟ ਮੈਨ ਟੂ ਵਿਨ ਨੋਬਲ ਪ੍ਰਾਈਜ਼ ਜਿਹਨੇ ਲਿਟਰੇਚਰ ਦੇ ਵਿੱਚ ਜਿੱਤਿਆ ਵਾ, ਸਾਹਿਤ ਦੇ ਵਿੱਚ ਜਿਹਨੇ ਆਪਣਾ ਨੋਬਲ ਪ੍ਰਾਈਜ਼ ਜਿੱਤਿਆ ਸੁਲੀ ਪ੍ਰਧੋਮ। ਠੀਕ ਆ ਇਹਨਾਂ ਦਾ ਨਾਮ ਆ, ਫਰਾਂਸ ਤੋਂ ਸੀ ਇਹ। ਸੋ ਇਹ ਇੰਪੋਰਟੈਂਟ ਬਣਦਾ, ਕਈ ਵਾਰ ਨਾ ਨੋਬਲ ਪ੍ਰਾਈਜ਼ ਦੇ ਵਿੱਚ ਇਹ ਕੁਐਸਚਨ ਆ ਜਾਂਦੇ ਨੇ, ਇਹ ਇੰਪੋਰਟੈਂਟ ਬਣਦੇ ਨੇ। ਠੀਕ ਹੈ ਇਹ ਤੁਹਾਨੂੰ ਯਾਦ ਕਰਨੇ ਪੈਣੇ ਆ। ਸੋ ਪਹਿਲਾਂ ਤੁਸੀਂ ਭਾਰਤੀ ਯਾਦ ਕਰਨੇ ਆ ਨੋਬਲ ਪ੍ਰਾਈਜ਼ ਦੇ ਵਿੱਚ, ਫਿਰ ਤੁਸੀਂ ਇਹਨਾਂ ਦੇ ਉੱਤੇ ਜਾਣਾ। ਮੈਂ ਇਹ ਚੀਜ਼ ਧਿਆਨ ਨਾਲ ਜਾਣੇਗੀ ਸਿਸਟੇਮੈਟਿਕ ਤਰੀਕੇ ਦੇ ਨਾਲ ਕਰਨੇ ਆ, ਇਸ ਤਰ੍ਹਾਂ ਨਹੀਂ ਕਿ ਪਹਿਲਾਂ ਤੁਸੀਂ ਇਹ ਦੁਨੀਆ ਦੇ ਯਾਦ ਕਰਦੇ ਹੋਗੇ। ਸੋ ਜ਼ਿਆਦਾਤਰ ਕੁਐਸਚਨ ਭਾਰਤ ਦੇ ਵਿੱਚੋਂ ਹੀ ਪੁੱਛੇ ਜਾਣਗੇ ਉਹ ਕਿ ਪਹਿਲਾ ਭਾਰਤੀ ਕੌਣ ਸੀ, ਇਹਨੂੰ ਕਦੋਂ ਮਿਲਿਆ ਸੀ, ਲਿਟਰੇਚਰ ਦੇ ਵਿੱਚ ਕਿਹਨੂੰ ਮਿਲਿਆ ਸੀ, ਪਹਿਲਾਂ ਪੀਸ 'ਚ ਕਿਹਨੂੰ ਮਿਲਿਆ ਸੀ, ਇਸ ਤਰ੍ਹਾਂ ਪੁੱਛਣਗੇ ਉਹ। ਠੀਕ ਆ ਸੋ ਜ਼ਿਆਦਾਤਰ ਅਗਰ ਉਹ ਥੋੜ੍ਹਾ ਜਿਹਾ ਐਗਜ਼ਾਮੀਨਰ ਕੁਐਸਚਨ ਨੂੰ ਔਖਾ ਬਣਾਊਗਾ ਤਾਂ ਇਹਨਾਂ ਦੇ ਵਿੱਚੋਂ ਕੁਐਸਚਨ ਆਊਗਾ। ਠੀਕ ਆ ਤੁਹਾਨੂੰ ਸੋ ਇਹ ਚੀਜ਼ ਦਾ ਤੁਸੀਂ ਧਿਆਨ ਦੇਣਾ ਮੈਂ। ਠੀਕ ਆ ਸੋ ਇਹ ਬਾਅਦ ਵਿੱਚ ਕਰ ਦਿੰਦੇ ਤੁਸੀਂ, ਜਿਹੜੇ ਵਰਲਡ ਵਾਲੇ ਜਿਹੜੇ ਇੰਪੋਰਟੈਂਟ ਮੈਂ ਦੱਸਦੇ ਨੇ ਉਹ ਪਹਿਲਾਂ ਕਰ ਲੈਣੇ ਨੇ। ਫਸਟ ਮੈਨ ਜਿਹਨੇ ਕਿ ਨੋਬਲ ਪ੍ਰਾਈਜ਼ ਜਿੱਤਿਆ ਸੀ ਪੀਸ ਦੇ ਵਿੱਚ ਹੈਨਰੀ ਡੁਨੈਟ ਸਵਿਟਜ਼ਰਲੈਂਡ ਦਾ ਸੀਗਾ ਤੇ ਫਰੈਡਰਿਕ ਪੈਸੀ ਸੀਗਾ ਫਰਾਂਸ ਦਾ। ਨੈਕਸਟ ਜੀ ਫਸਟ ਮੈਨ ਟੂ ਵਿਨ ਨੋਬਲ ਪ੍ਰਾਈਜ਼ ਫॉर ਕੈਮਿਸਟਰੀ ਦੇ ਵਿੱਚ ਕਿਹਨੂੰ ਜਿੱਤਾ? ਜੈਕਬ H. ਵੈਂਟ ਹੌਫ ਨੂੰ। ਠੀਕ ਆ ਹਾਲੈਂਡ ਦਾ ਸੀਗਾ।
ਸੋ ਨੈਕਸਟ ਆ ਗਿਆ ਮੈਡੀਸਨ ਦੇ ਵਿੱਚ ਨੋਬਲ ਪ੍ਰਾਈਜ਼ ਕਿਹਨੂੰ ਜਾਂ ਏ ਵੌਨ ਬਹਿਰੀਨ, ਠੀਕ ਆ। ਸੋ ਮੈਂ ਬਾਰ-ਬਾਰ ਕਹਿ ਰਿਹਾ ਇਹ ਤੁਸੀਂ ਬਾਅਦ ਚੋਂ ਯਾਦ ਕਰਨੇ ਆ, ਪਹਿਲਾਂ ਇੰਡੀਆ ਦਾ ਯਾਦ ਕਰਨਾ ਤੇ ਨੋਬਲ ਪ੍ਰਾਈਜ਼ ਦੀ ਹਿਸਟਰੀ। ਉਹ ਆਪਾਂ ਨੋਬਲ ਪ੍ਰਾਈਜ਼ ਦੀ ਬਹੁਤ ਜਲਦੀ ਆਪਾਂ ਕਲਾਸ ਲੈ ਕੇ ਆ ਰਹੇ ਹਾਂ। ਇਸ ਤੋਂ ਬਾਅਦ ਆਪਣੀਆਂ 2-3 ਕਲਾਸਾਂ ਤੋਂ ਬਾਅਦ ਇਹਦੀ ਕਲਾਸ ਆ ਜਾਏਗੀ, ਠੀਕ ਆ, ਨੋਬਲ ਪ੍ਰਾਈਜ਼ ਤੇ। ਫਸਟ ਮੈਨ ਟੂ ਵਿਨ ਨੋਬਲ ਪ੍ਰਾਈਜ਼ ਇਕਨੋਮਿਕਸ ਦੇ ਵਿੱਚ ਇਹ ਨਾਮ ਜ਼ਰੂਰ ਯਾਦ ਕਰ ਦਿਓ, ਠੀਕ ਆ। ਰਾਗਨਰ ਫ੍ਰਿਸਚ ਇਹਨਾਂ ਦਾ ਨਾਮ ਆ, ਠੀਕ ਆ, ਨਾਰਵੇ ਤੋਂ ਸੀਗੇ ਇਹ, ਠੀਕ ਆ। ਜਨ ਟਿਨਬਰਗਨ ਨਾਮ ਸੀਗਾ ਇਹਨਾਂ ਦਾ, ਹਾਲੈਂਡ ਤੋਂ ਸੀ। ਇਹ ਨਾਮ ਜ਼ਰੂਰ ਯਾਦ ਕਰ ਲਿਓ, ਠੀਕ ਆ, ਕਿਉਂਕਿ ਇਕਨੋਮਿਕਸ ਦਾ ਬਾਅਦ ਚੋਂ ਇੰਟਰੋਡਿਊਸ ਹੋਇਆ ਸੀ, ਇਹ ਤੁਸੀਂ ਯਾਦ ਕਰ ਲਿਓ ਨਾ। ਫਸਟ ਐਂਡ ਓਨਲੀ ਬਲੈਕ ਮੈਨ ਐਵਰ ਟੂ ਵਿਨ ਸਿੰਗਲ ਵਿਬਲਡਨ ਟਰੋਫੀ ਆਰਥਰ ਆਸ਼ੇ, ਏਸ਼ੀਆ ਤੋਂ ਸੀਗੇ, ਠੀਕ ਆ। ਫਿਰ ਜੋ ਇੰਪੋਰਟੈਂਟ ਹੀ ਯਾਦ ਕਰਨੇ ਨੇ ਸਾਰੇ, ਨਾ ਤੁਸੀਂ ਯਾਦ ਕਰਨ ਬੈਠ ਜਾਓ, ਸਾਰੇ ਤੁਹਾਨੂੰ ਯਾਦ ਹੋਣੇ ਵੀ ਨਹੀਂ ਤਾਂ ਟਾਈਮ ਜ਼ਿਆਦਾ ਵੇਸਟ ਹੋਏਗਾ, ਠੀਕ ਆ। ਸੋ ਜਿਹੜੇ ਮੈਂ ਤੁਹਾਨੂੰ ਇੰਪੋਰਟੈਂਟ ਦੱਸੇ ਨੇ ਉਹ ਯਾਦ ਕਰਨੇ ਨੇ ਤੁਸੀਂ। ਫਸਟ ਫੀਮੇਲ ਇਨ ਵਰਲਡ, ਪਹਿਲੀ ਫੀਮੇਲ ਜਿਹੜੀ ICC ਮੈਚ ਦੇ ਵਿੱਚ ਰੈਫਰੀ ਸੀ, ਇਹਨਾਂ ਦਾ ਨਾਮ ਸੀਗਾ GS ਲక్ష్ਮੀ, ਠੀਕ ਆ। 2019 ਦੇ ਵਿੱਚ ਇਹ ਰੈਫਰੀ ਸੀਗੇ, ਠੀਕ ਆ। ਸੋ ਇੱਕ ਹੋਰ ਕੁਐਸਚਨ ਬਣਦਾ ਕਿ ਪਹਿਲੀ ਜਿਹੜੀ ਵੂਮਨ ਅੰਪਾਇਰ ਕਿਹੜੀ ਸੀ, ਠੀਕ ਆ। ਇਹ ਸੀਗਾ ਕਲੇਅਰ ਪਲੌਗੌਕ, ਠੀਕ ਆ ਜੀ, ਕਲੇਅਰ ਪਲੌਗੌਕ, ਇਹਨਾਂ ਦਾ ਇਦਾਂ ਜੀ ਕਰਕੇ ਨਾਮ ਸੀ, ਠੀਕ ਆ ਜੀ, ਕਲੇਅਰ ਪਲੌਗੌਕ, ਠੀਕ ਆ। ਇਹਨਾਂ ਦਾ ਨਾਮ ਸੀ ਪਲੋਸਕ ਸੀਗਾ ਸ਼ਾਇਦ, 1 ਮਿੰਟ ਦੇਣਾ, ਕਲੀਅਰ ਲਿਖ ਦੇਣਾ, ਕਲੇਅਰ ਪੋਲੋਸਾਕ ਇੱਦਾਂ ਕਰਕੇ ਨਾਮ ਸੀ, ਠੀਕ ਆ। ਕਲੇਅਰ ਪੋਲੋਸਾਕ ਸੀ, ਇਹ ਪਹਿਲੇ ਵੂਮਨ ਅੰਪਾਇਰ ਸੀ, ਠੀਕ ਆ। 2017 ਦੇ ਵਿੱਚ ਇੱਕ ਮੈਚ ਹੋਇਆ ਸੀ ਜਿਹਦੇ ਵਿੱਚ ਇਹਨਾਂ ਨੇ ਅੰਪਾਇਰਿੰਗ ਕੀਤੀ ਸੀ, ਠੀਕ ਆ। ਫਸਟ ਵੂਮਨ ਪ੍ਰਾਈਮ ਮਿਨਿਸਟਰ ਆਫ ਐਨੀ ਮੁਸਲਿਮ ਕੰਟਰੀ, ਮੋਸਟ ਇੰਪੋਰਟੈਂਟ ਕੁਐਸਚਨ ਪੇਪਰ 'ਚ ਬਹੁਤ ਵਾਰ ਰਿਪੀਟ ਹੋਇਆ ਵਾ। ਬੇਨਜ਼ੀਰ ਭੁੱਟੋ, ਠੀਕ ਆ, ਪਾਕਿਸਤਾਨ ਦੇ 1988 ਦੇ ਵਿੱਚ ਇਹ ਪ੍ਰਾਈਮ ਮਿਨਿਸਟਰ ਬਣੇ ਸੀਗੇ ਆਪਣੇ ਪਾਕਿਸਤਾਨ ਦੇ, ਯਾਦ ਕਰਨਾ, ਠੀਕ ਆ, ਇੰਪੋਰਟੈਂਟ ਬਣਦਾ, ਪੇਪਰ 'ਚ ਬਹੁਤ ਵਾਰ ਰਿਪੀਟ ਹੋਇਆ ਵਾ ਇਹ। ਕਿਸੇ ਵੀ ਮੁਸਲਿਮ ਦੇਸ਼ ਦੀ, ਚਲੋ ਇਹ ਆਪਾਂ ਕਰ ਲਿਆ। ਸੋ ਨੈਕਸਟ ਆ ਮੁਸਲਿਮ ਦੇਸ਼ ਦੀ ਪੁੱਛਿਆ, ਠੀਕ ਆ ਉਹਨਾਂ ਨੇ। ਫਸਟ ਵੂਮਨ ਪ੍ਰੈਜ਼ੀਡੈਂਟ ਆਫ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਵਿਜੇ ਲక్ష్ਮੀਆ ਪੰਡਿਤ, ਠੀਕ ਆ, 1953, ਇਹ ਆਪਾਂ ਕੀਤਾ ਹੋਇਆ। ਸੋ ਇਹ ਦੁਨੀਆ ਦੀ ਵੀ ਪਹਿਲੀ ਵੂਮਨ ਪ੍ਰੈਜ਼ੀਡੈਂਟ ਸੀਗੀ, ਠੀਕ ਆ, ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ, ਤੇ ਭਾਰਤ ਦੀ ਤਾਂ ਚਲੋ ਬਣੀ ਗਈ, ਠੀਕ ਆ, ਪਹਿਲੀ। ਸੋ ਭਾਰਤ ਵੱਲੋਂ ਵੀ ਪਹਿਲੀ, ਭਾਰਤੀ ਮੂਲ ਦੀ ਵੀ ਪਹਿਲੀ ਹੋ ਗਈ, ਠੀਕ ਆ। ਸੋ ਨੈਕਸਟ ਕਰਦੇ ਹਾਂ। ਫਸਟ ਵੂਮਨ ਪ੍ਰੈਜ਼ੀਡੈਂਟ ਆਫ ਕੰਟਰੀ, ਕਹਿੰਦਾ ਜੀ ਕਿਹੜਾ ਜਿਹੜੇ ਕਿਸੇ ਦੇਸ਼ ਦੀ ਪਹਿਲੀ ਰਾਸ਼ਟਰਪਤੀ ਕੌਣ ਸੀ, ਠੀਕ ਆ ਜੀ, ਮਾਰੀਆ ਐਸਟਲਾ ਪੋਰਨ, ਠੀਕ ਆ, ਅਰਜਨਟੀਨਾ ਦੀ। ਫਸਟ ਵੂਮਨ ਪ੍ਰਾਈਮ ਮਿਨਿਸਟਰ ਇਨ ਦਾ ਵਰਲਡ, ਇਹ ਇੰਪੋਰਟੈਂਟ ਕੁਐਸਚਨ ਬਣਦਾ ਕਿਉਂਕਿ ਇਹ ਏਸ਼ੀਆ ਦੀ ਆ ਗਈ, ਠੀਕ ਆ। ਸੋ ਐਸ ਵਦਰੈਂਕਾ ਸ਼੍ਰੀਲੰਕਾ ਤੋਂ ਸੀ, ਠੀਕ ਆ, ਇਹ ਪਹਿਲੀ ਵੂਮਨ ਪ੍ਰਾਈਮ ਮਿਨਿਸਟਰ ਸੀਗੀ, ਠੀਕ ਆ, ਇੰਪੋਰਟੈਂਟ ਬਣਦਾ ਵਾ ਇਹ ਵੀ। ਫਸਟ ਵੂਮਨ ਪ੍ਰਾਈਮ ਮਿਨਿਸਟਰ ਆਫ ਇੰਗਲੈਂਡ, ਇੰਗਲੈਂਡ ਦੇ ਜਿਹੜੇ ਪਹਿਲੇ ਵੂਮਨ ਪ੍ਰਾਈਮ ਮਿਨਿਸਟਰ ਕੌਣ ਸੀਗੀ ਜੀ, ਮਾਰਗਰੇਟ ਥੈਚਰ, ਨਾਮ ਯਾਦ ਕਰਨਾ ਇਹਨਾਂ ਦਾ, ਠੀਕ ਆ, ਮਾਰਗਰੇਟ ਥੈਚਰ। ਫਸਟ ਵੂਮਨ ਕਾਸਮੋਨਾਈਟ ਇਨ ਸਪੇਸ, ਯਾਨੀ ਕਿ ਪੁਲਾੜ ਵਿੱਚ ਪਹਿਲੀ ਮਹਿਲਾ ਪੁਲਾੜ ਯਾਤਰੀ ਕੌਣ ਸੀ, ਠੀਕ ਆ, ਇਹਨਾਂ ਦਾ ਨਾਮ ਸੀ ਵੈਲੈਂਟੀਨਾ ਟੇਰੇਸ਼ਕਾਵੋ, ਠੀਕ ਆ ਜੀ, USSR ਦੀ। ਫਸਟ ਵੂਮਨ ਸਪੇਸ ਟੂਰਿਸਟ, ਸਪੇਸ ਦੇ ਉੱਤੇ ਮਤਲਬ ਪਹੁੰਚਣ ਵਾਲੀ ਪਹਿਲੀ ਉਹ ਕਿੱਥੇ ਸੀ, ਅੰਟਾਰਕਟਿਕਾ, ਆਰੇਨੀ ਅੰਟਾਰਕਟਿਕਾ ਸੀਗੀ, ਠੀਕ ਆ ਇਹ। ਸੋ ਔਸ਼ਿਨ ਅੰਸਾਰੀ ਇਹਨਾਂ ਦਾ ਨਾਮ ਸੀ, ਠੀਕ ਆ ਜੀ। ਸੋ ਆ ਗਲਤ ਪੰਜਾਬੀ ਦੇ ਵਿੱਚ ਗਲਤ ਕੀਤਾ ਹੋਇਆ, ਠੀਕ ਆ। ਸੋ ਇਹਨੂੰ ਤੁਸੀਂ ਪੰਜਾਬੀ ਦੇ ਵਾਲੇ ਨੂੰ ਇਗਨੋਰ ਕਰ ਦਿਓ, PDF 'ਚ ਮੈਂ ਕਰੈਕਸ਼ਨ ਕਰ ਦੂੰਗਾ, ਆ ਕਰ ਲਿਓ, ਠੀਕ ਆ। ਸੋ ਇਹ ਅੰਟਾਰਕਟਿਕਾ ਵਾਲਾ ਇੱਥੇ ਆਪਸ਼ਨ ਸਿਲੈਕਟ ਹੋਈ ਆ। ਫਸਟ ਵੂਮਨ ਟੂ ਰੀਚ ਦਾ ਨਾਰਥ ਪੋਲ ਦੇ ਵਿੱਚ, ਠੀਕ ਆ, ਫ੍ਰਾਂਸਿਸ ਫਿਪਸ ਇਹਨਾਂ ਦਾ ਨਾਮ ਸੀ, ਜਿਹੜੀ ਨਾਰਥ ਪੋਲ ਤੇ ਪਹਿਲਾਂ ਪਹੁੰਚੀ ਸੀ। ਫਸਟ ਵੂਮਨ ਜਿਹਨੇ ਨਾਰਥ ਪੋਲ ਦੇ ਉੱਤੇ ਆਪਣਾ ਫੁੱਟ ਰੱਖਿਆ ਸੀ, ਕੌਣ ਆ ਜੀ, ਉਹਨਾਂ ਦਾ ਐਨ ਬੈਨਕ੍ਰਾਫਟ, ਠੀਕ ਆ ਜੀ। ਨੈਕਸਟ ਕਰਦੇ ਹਾਂ। ਫਸਟ ਵੂਮਨ ਟੂ ਰੀਚ ਅੰਟਾਰਕਟਿਕਾ, ਸੋ ਇਹ ਜ਼ਿਆਦਾ ਇੰਪੋਰਟੈਂਟ ਨਹੀਂ ਬਣਦੇਗੇ, ਜਿਹੜਾ ਇੰਪੋਰਟੈਂਟ ਹੋਊਗਾ ਮੈਂ ਤੁਹਾਨੂੰ ਨਾਲ ਸਟਾਰ ਮਾਰਕ ਕਰ ਲਿਆ, ਉਹਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਯਾਦ ਕਰਦੇ ਆ। ਇਹ ਉਦੋਂ ਕਰਦੇ ਆ ਜਦੋਂ ਤੁਹਾਡੇ ਸਾਰੇ ਇੰਪੋਰਟੈਂਟ ਯਾਦ ਹੋ ਗਏ, ਤੁਹਾਨੂੰ ਹੁਣ ਲੱਗਦਾ ਕਿ ਹਾਂ ਮੈਨੂੰ ਹੋਰ ਵੀ ਪੜ੍ਹਨਾ ਚਾਹੀਦਾ ਵਾ, ਮੇਰੇ ਕੋਲ ਟਾਈਮ ਹੈਗਾ ਵਾ ਵੀ ਮੈਂ ਪੜ੍ਹ ਸਕਦਾ ਵਾਂ, ਫਿਰ ਤੁਸੀਂ ਪੜ੍ਹਨਾ ਵਾ, ਠੀਕ ਆ। ਅੰਟਾਰਕਟਿਕਾ ਪਹੁੰਚਿਆ ਕੈਰੋਲੀਨ ਮਾਈਕਲਸਨ, ਠੀਕ ਆ। ਫਸਟ ਵੂਮਨ ਟੂ ਕਲਾਈਮ ਮਾਊਂਟ ਐਵਰੈਸਟ, ਇਹ ਇੰਪੋਰਟੈਂਟ ਬਣਦਾ ਵਾ, ਇਹਨੂੰ ਜ਼ਰੂਰ ਯਾਦ ਕਰਨਾ। ਪਹਿਲੀ ਔਰਤ ਦੁਨੀਆ ਦੀ ਜਿਹੜੀ ਕਿ ਮਾਊਂਟ ਐਵਰੈਸਟ 'ਤੇ ਚੜ੍ਹੀ ਸੀ, ਠੀਕ ਆ, ਜੰਕੋ ਤੇਬਾਈ ਇਹਨਾਂ ਦਾ ਨਾਮ ਸੀਗਾ, ਜਾਪਾਨ ਤੋਂ। ਨੈਕਸਟ ਆ ਗਿਆ ਜੀ ਸਾਡਾ ਸੋ ਇਹ ਵੀ ਹੋ ਗਿਆ ਆਪਣਾ। ਫਸਟ ਵੂਮਨ ਇਨ ਦੀ ਵਰਲਡ ਟੂ ਕ੍ਰੋਸ ਦਾ ਸਟ੍ਰੇਟ ਆਫ ਗਿਬਰੇਟਰ, ਠੀਕ ਆ ਜੀ। ਸੋ ਜਲਮਾਰਡਰੂ ਨੂੰ ਪਾਰ ਕਰਨ ਵਾਲੀ ਸੋਫੀ, ਸੋ ਇਹਨਾਂ ਦਾ ਨਾਮ ਆ ਜੀ ਆਪਣਾ ਸੋਫੀ ਸਿਲਿਲ ਗਨੋ, ਠੀਕ ਆ ਜੀ। ਸੋ ਇਹ ਨਾਮ ਯਾਦ ਕਰ ਲੈਣਾ। ਫਸਟ ਵੂਮਨ ਟੂ ਚੇਅਰ US ਸੈਂਟਰਲ ਬੈਂਕ ਫੈਡਰਲ ਰਿਜ਼ਰਵ, ਜੈਨਟ ਯੈਲਨ, ਠੀਕ ਆ ਜੀ। ਨੈਕਸਟ ਇੰਪੋਰਟੈਂਟ ਨਹੀਂ ਬਣਦੇ, ਜ਼ਿਆਦਾ ਇੰਪੋਰਟੈਂਟ ਨਹੀਂ ਬਣਦੇ ਕਿਸੇ, ਸੋ ਮੈਂ ਐਡ ਕਰਤੇ ਹੋਏ ਆ ਫਿਰ ਵੀ ਤੁਹਾਨੂੰ। ਸੋ ਜਿਹੜਾ ਇੰਪੋਰਟੈਂਟ ਬਣੂਗਾ ਮੈਂ ਤੁਹਾਨੂੰ ਦੱਸ ਦੂੰਗਾ। ਫਸਟ UN ਵੂਮਨ ਡੈਪੂਟੀ ਸੈਕਟਰੀ ਕੌਣ ਆ ਜੀ, ਜਨਰਲ ਲੂਇਸ ਫ੍ਰੈਚਰ, ਕੈਨੇਡਾ ਤੋਂ। ਫਸਟ ਵੂਮਨ CFO ਐਂਡ MD ਆਫ ਦਾ ਵਰਲਡ ਬੈਂਕ, ਅੰਸ਼ੁਲਾ ਕਾਂਤ, ਇਹ ਇੰਪੋਰਟੈਂਟ ਬਣਦਾ, ਠੀਕ ਹੈ, ਇਹ ਜ਼ਰੂਰ ਤੁਸੀਂ ਕਰ ਲਿਓ। ਫਸਟ ਵੂਮਨ ਚੀਫ ਇਕਨੋਮਿਕਸਟ ਆਫ IMF, ਇਹ ਵੀ ਇੰਪੋਰਟੈਂਟ ਬਣਦਾ ਜੀ, ਗੀਤਾ ਗੋਪੀਨਾਥ, ਜਿਹੜੀ ਕਿ ਫਸਟ ਇਨ ਵਰਲਡ ਦੇ ਵਿੱਚ ਆਪਾਂ ਕਰਵਾਇਆ ਹੋਇਆ।
ਸੋ ਅਗਲੀ ਕਲਾਸ ਜਿਹੜੀ ਤੁਹਾਡੀ ਹੋਊਗੀ ਸੁਪਰਲੇਟਿਵ ਵਰਲਡ ਹੋਊਗੀ, ਠੀਕ ਆ, ਸੁਪਰਲੇਟਿਵ ਇੰਡੀਆ ਤੇ ਸੁਪਰਲੇਟਿਵ ਵਰਲਡ, ਜਿਹਦੇ ਵਿੱਚ ਕਿ ਆਪਾਂ ਬਹੁਤ ਡਿਟੇਲ ਦੇ ਵਿੱਚ ਕਰਾਂਗੇ। ਸੋ ਇਹਦਾ ਤੁਹਾਡਾ ਹੁਣ MCQ ਕੁਇਜ਼ ਹੋ ਜਾਏਗਾ, MCQ ਕੁਇਜ਼ ਆਪਾਂ ਪਾ ਦਾਂਗੇ, ਠੀਕ ਆ। ਕੱਲ ਨੂੰ ਆਪਣੀ ਇਹਦੀ MCQ ਕੁਇਜ਼ ਹੋ ਜਾਊਗਾ। ਸੋ ਪਰਸੋਂ ਤੁਹਾਨੂੰ ਇਹਦੀ PDF ਮਿਲ ਜੇਗੀ। ਸੋ ਤੁਸੀਂ ਰਿਵਾਈਜ਼ ਕਰ ਲੈਣਾ, ਜਿਹੜੇ ਇੰਪੋਰਟੈਂਟ ਮੈਂ ਤੁਹਾਨੂੰ ਦੱਸੇ ਨੇ ਉਹੀ ਯਾਦ ਕਰਦੇ ਆ, ਬਾਕੀ ਤੁਸੀਂ ਸਿਰਫ ਉਦੋਂ ਯਾਦ ਕਰਦੇ ਆ ਜਦੋਂ ਤੁਹਾਡਾ ਟਾਈਮ ਲੱਗੇ, ਜਦੋਂ ਤੁਹਾਨੂੰ ਲੱਗੇ ਕਿ ਮੈਨੂੰ ਇੰਪੋਰਟੈਂਟ ਸਾਰੇ ਯਾਦ ਹੋ ਗਏ ਨੇ। ਹੁਣ ਮੈਨੂੰ ਹੋਰ ਇਹਦੇ ਵਿੱਚ ਥੋੜਾ ਬਹੁਤ ਜੇ ਮੈਂ ਨਿਗਾਹ ਮਾਰੇ ਤੋਂ ਮੈਨੂੰ 1-2 ਚੀਜ਼ਾਂ ਯਾਦ ਹੁੰਦੀਆਂ, ਤੁਸੀਂ ਕਰ ਲੈਣੀਆਂ। ਸੋ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਟੌਪਿਕ ਨਹੀਂ ਗਾ, ਠੀਕ ਆ। ਸੋ ਜਿਹੜੇ ਮੈਂ ਵਿੱਚੋਂ ਤੁਹਾਨੂੰ ਇੰਪੋਰਟੈਂਟ ਚੀਜ਼ਾਂ ਕਹੀਆਂ ਨੇ ਉਹੀ ਜ਼ਿਆਦਾ ਇੰਪੋਰਟੈਂਟ ਨੇ, ਠੀਕ ਆ। ਸੋ ਇਹ ਹੋ ਗਿਆ ਹੋਇਆ। ਸੋ ਨੈਕਸਟ ਜਿਹੜੀ ਕਲਾਸ ਹੋਊਗੀ ਇਹ ਮੋਸਟ ਇੰਪੋਰਟੈਂਟ ਹੋਊਗੀ, ਇਹਦੇ ਵਿੱਚੋਂ ਤੁਹਾਨੂੰ ਬਹੁਤ ਕੁਐਸਚਨ ਦੇਖਣ ਨੂੰ ਮਿਲਣਗੇ ਸੁਪਰਲੇਟਿਵ ਵਰਲਡ, ਖਾਸ ਕਰ ਸੁਪਰਲੇਟਿਵ ਇੰਡੀਆ 'ਚ, ਠੀਕ ਆ। ਹੁਣ ਚੈਨਲ ਨੂੰ ਤੁਸੀਂ ਆਪਣੇ ਨੂੰ ਸਬਸਕ੍ਰਾਈਬ ਕਰਨਾ ਵਾ ਜੀ, ਸਬਸਕ੍ਰਾਈਬ ਕਰੋ, ਕਮੈਂਟ ਕਰੋ, ਸ਼ੇਅਰ ਕਰੋ, ਠੀਕ ਆ ਜੀ। ਸੋ PDF ਲਈ ਤੁਸੀਂ ਆਪਣਾ GK ਅਕੈਡਮੀ ਪੰਜਾਬ ਚੈਨਲ ਕਰ ਹੀ ਸਕਦੇ ਹੋ। ਸੋ ਪੰਜਾਬ GK ਤੁਹਾਨੂੰ ਮੈਂ ਪਹਿਲਾਂ ਕਿਹਾ, ਪੰਜਾਬ GK, ਮਾਡਰਨ ਹਿਸਟਰੀ, ਪੋਲਿਟੀ, ਇੱਦਾਂ ਜੋ ਸਾਰੇ ਸਬਜੈਕਟ ਨੇ, ਠੀਕ ਆ, ਬਹੁਤ ਡਿਟੇਲ ਦੇ ਵਿੱਚ ਆਪਾਂ ਥਿਊਰੀ ਪਲੱਸ MCQ ਕਰ ਰਹੇ ਹਾਂ। ਟੈਲੀਗ੍ਰਾਮ 'ਤੇ ਕੁਇਜ਼ ਕਰ ਰਹੇ ਹਾਂ, ਇੰਗਲਿਸ਼ ਤੇ ਪੰਜਾਬੀ ਦੋਨੇ ਲੈਂਗੁਏਜ 'ਚ ਕਰ ਰਹੇ ਹਾਂ, ਅਤੇ ਨਾਲ ਹੀ ਤੁਹਾਨੂੰ PDF ਆਪਣੀ ਟੈਲੀਗ੍ਰਾਮ ਚੈਨਲ ਦੇ ਉੱਤੇ ਮਿਲ ਰਹੀ ਹੈ, ਠੀਕ ਆ ਜੀ। ਸੋ ਧੰਨਵਾਦ ਜੀ, ਮਿਲਦੇ ਹਾਂ ਹੁਣ ਆਪਾਂ ਆਪਣੀ ਅਗਲੀ ਕਲਾਸ ਦੇ ਵਿੱਚ।